ਆਦਿ ਗੁਰੇ ਨਮः ਜੁਗਾਦ ਗੁਰੇ ਨਮः ਸਤਿ ਗੁਰੇ ਨਮः ਸ੍ਰੀ ਗੁਰਦੇਵੇ ਨਮः। ਜਾਹਰ ਪੀਰ ਜਗਤ ਗੁਰ ਬਾਬਾ ਗੁਰੂ ਨਾਨਕ ਸਾਹਿਬ ਦੀਆਂ ਸੰਗਤਾਂ ਦੇ ਚਰਨਾਂ ਦੀ ਧੂੜ ਦਾਸ ਤੁਹਾਡਾ ਆਪਣਾ ਮਾਂ ਦੇਸਾ ਨੰਦਨ ਜਸਵੀਰ ਸਿੰਘ ਮੁੱਖ ਸੇਵਾਦਾਰ ਗੁਰਦੁਆਰਾ ਬੁਰਜ ਸਾਹਿਬ ਮਾਈ ਦੇਸਾਂ ਪਾਤਸ਼ਾਹੀ 10ਵੀਂ ਪਿੰਡ ਚੱਕ ਫਤਿਹ ਸਿੰਘ ਵਾਲਾ ਨੇੜੇ ਭੁੱਚੋ ਮੰਡੀ ਜ਼ਿਲ੍ਹਾ ਬਠਿੰਡਾ ਦੇਸ਼ ਪੰਜਾਬ। ਇਹ ਭਾਗਾਂ ਵਾਲਾ ਉਹ ਸਥਾਨ ਹੈ ਜੋ ਗਵਾਹੀਆਂ ਦਿੰਦਾ ਕਲੰਗੀਆਂ ਵਾਲੇ ਦੇ ਪਿਆਰ ਦੀਆਂ ਪ੍ਰੇਮ ਦੀਆਂ। ਜੋ ਬਚਨ ਸਤਿਗੁਰਾਂ ਨੇ ਕੀਤੇ ਕਿ ਸਾਚ ਕਹੂੰ ਸੁਣ ਲੇਹੋ ਸਭੈ, ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਉਸ ਪ੍ਰੇਮ ਦੀ ਸਾਖਸ਼ਾਤ ਗਵਾਹੀ ਦਿੰਦਾ ਇਹ ਗੋਬਿੰਦ ਧਾਮ ਗੁਰੂ ਗੋਬਿੰਦ ਸਿੰਘ ਦੀ ਚਰਨ ਸੋ ਪ੍ਰਾਪਤ ਬੁਰਜ ਸਾਹਿਬ, ਜੋ ਦੁਨੀਆ ਦੇ ਵਿੱਚ ਇੱਕੋ ਇੱਕ ਨਿਸ਼ਾਨੀ ਹੈ ਜਿਹੜੀ ਅੱਜ ਸਹੀ ਸਲਾਮਤ ਹੈ। ਆਏ ਸੀ ਪਾਤਸ਼ਾਹ ਮਾਂ ਦੇਸਾਂ ਦੇ ਪਿਆਰ ਸਦਕਾ, ਜੋ ਹਰ ਵੇਲੇ ਚੇਤੇ ਕਰਦੀ ਸੀ ਕਿ ਮੇਰੇ ਕਲੰਗੀਆਂ ਵਾਲੇ ਪਾਤਸ਼ਾਹ, ਮੇਰੇ ਕਲੰਗੀਆਂ ਵਾਲੇ ਬਾਪੂ ਜੀ, ਕਿਰਪਾ ਕਰਿਓ, ਮੈਨੂੰ ਨਿਮਾਣੀ ਨੂੰ ਮਾਣ ਬਖਸ਼ਿਓ। ਸਰੀਕੇ ਕਬੀਲੇ ਨੇ ਤਾਂ ਅੱਡ ਕੱਢ ਕੇ ਬਿਠਾਤਾ, ਇੱਕ ਕੋਠੜੀ ਦੇ ਦਿੱਤੀ ਨਿੱਕੀ ਜੀ ਕਿ ਇਹਦੇ 'ਚ ਰਹਿ, ਇਹਦੇ 'ਚ ਜੀਵਨ ਬਸਰ ਕਰ। ਸਭ ਕੁਝ ਲੈ ਲਿਆ ਜੋ ਕੋਲੇ ਸੀ। ਪਿਤਾ ਬਾਬਾ ਜੇਠੂ ਸਿੰਘ ਬਹੁਤ ਵੱਡਾ ਸਰਦਾਰ ਜਿਨ੍ਹਾਂ ਨੇ ਪਿੰਡ ਬੰਨ੍ਹਿਆ, ਪਤੀ ਜੋ ਹਜ਼ਾਰਾਂ ਏਕੜਾਂ ਦਾ ਮਾਲਕ, ਪਰ ਅੱਜ ਸਭ ਕੁਝ ਗਵਾ ਕੇ ਮਾਂ ਇਕੱਲੀ ਬੈਠੀ ਹੈ। ਉਹਦੇ ਕੋਲੇ ਹੈ ਕੀ? ਜੋ ਸਤਿਗੁਰਾਂ ਨੇ ਆਨੰਦਪੁਰ ਸਾਹਿਬ ਨਾਮਦਾਨ ਦਿੱਤਾ, ਜੋ ਬਖਸ਼ਿਸ਼ ਕੀਤੀ, ਗੁਰੂ ਨਾਨਕ ਦੇ ਘਰ ਦਾ ਨਾਮ, ਜੋ ਜਿੰਨਾ ਚਿਰ ਖੰਡੇ ਦੀ ਪੌਲ ਨਹੀਂ ਸਕਾਈ ਸੀ ਚਰਨ ਪੌਲ ਦੇ ਕੇ ਸਤਿਗੁਰੂ ਦਿੰਦੇ ਸੀ, ਉਹ ਮਾਤਾ ਜੀ ਨੇ ਚਰਨ ਪੌਲ ਲਈ ਹੋਈ ਸੀ। ਆਨੰਦਪੁਰ ਸਾਹਿਬ ਜਾਂਦੇ, ਕਿੰਨੇ ਦਿਨ ਰਹਿ ਕੇ ਆਉਂਦੇ, ਸੇਵਾ ਕਰਦੇ। ਤਾਂ ਸਮਾਂ ਐਸਾ ਬਣਿਆ, ਫਿਰ ਇੱਕ ਲਿਵ ਚੱਲ ਪਈ ਜਿਹਨੂੰ ਗੁਰਬਾਣੀ ਕਹਿੰਦੀ ਹੈ ਕਿ ਲਿਵ ਇੱਕੋ ਗੱਲ ਵੱਲ ਕਰਤੇ ਵੱਲ, ਤੁਹਾਡੇ ਆਪਣੇ ਨੇੜੇ ਸਭ ਤੋਂ ਤੁਹਾਡੇ ਸਵਾਸ ਨੇ। ਤੇ ਇਹ ਗੁਰੂ ਆ, ਗੁਰੂ ਦੀ ਬਾਂਹ ਪਕੜਾਤੀ ਬਾਰੀ ਗੁਰੂ ਨੇ ਕਿ ਚੱਲ ਆਪਣੇ ਅੰਦਰ, ਇਹੀ ਪਵਨ ਗੁਰੂ ਤੈਨੂੰ ਸ਼ਬਦ ਗੁਰੂ ਤੱਕ ਲੈ ਜਾਊਗਾ। ਤੇ ਉਹ ਸ਼ਬਦ ਗੁਰੂ ਸਰਬ ਵਿਆਪਕਾ, ਕਿਸੇ ਇੱਕ ਜਗ੍ਹਾ ਨਹੀਂ ਹੈ, ਪੂਰੇ ਖੰਡਾਂ ਬ੍ਰਹਮੰਡਾਂ ਦੇ ਵਿੱਚ ਉਹਦੀਆਂ ਹੀ ਲਹਿਰਾਂ ਵਹਿਰਾਂ, ਉਹਦੇ ਕਣ ਕਣ ਹੈ, ਉਹਦੇ ਨਾਲ ਮਿਲਾਪ। ਜਦੋਂ ਇੱਕ ਮਿਕਤਾ ਆ ਜਾਂਦੀ ਆ, ਆਤਮਿਕ ਅਡੋਲਤਾ ਆ ਜਾਂਦੀ ਆ, ਸਹਿਜ ਆ ਜਾਂਦਾ, ਤੇ ਫਿਰ ਗੁਰੂ ਪਿਤਾ ਕੋਲੋਂ, ਗੁਰੂ ਪਰਮੇਸ਼ਰ ਕੋਲੋਂ ਜੋ ਮੰਗਦੇ ਆ ਉਹ ਮਿਲਦਾ। ਤੇ ਮਾਂ ਨੇ ਮੰਗਿਆ ਕੀ ਕਿ ਪਾਤਸ਼ਾਹ ਜਦੋਂ ਇਹਨੂੰ ਛੱਡ ਕੇ ਜਾਵਾਂ ਸਰੀਰ ਨੂੰ, ਇਹਦੇ 'ਚੋਂ ਜਾਣ ਤੋਂ ਪਹਿਲਾਂ ਪਹਿਲਾਂ ਤੇਰੇ ਦਰਸ਼ਨ ਦਿਦਾਰੇ ਚਾਹੀਦੇ ਆ, ਮੇਰੇ ਘਰ ਆ ਕੇ ਮਾਣ ਬਖਸ਼। ਸੁਰਤੀ ਜੀ ਤਾਂ ਪਾਤਸ਼ਾਹ ਦਰਸ਼ਨ ਦਿੰਦੇ ਹੀ ਰਹਿੰਦੇ ਸੀ, ਸੁਰਤੀ ਨਾਲ ਤਾਂ ਮਾਂ ਬਹੁਤ ਨੇੜੇ ਸੀ, ਪਰ ਜਿਹੜੇ ਆਪਦੀਆਂ ਕੁਲਾਂ ਨੂੰ ਭਾਗ ਲਾ ਕੇ ਜਾਣੇ ਸੀ, ਕਿਉਂਕਿ ਦੁਨੀਆ ਨੂੰ ਤਾਂ ਸਰੀਰ ਦਿਸਦਾ ਨਾ, ਦੁਨੀਆ ਨੂੰ ਆਨਲਾਈਨ ਬਖਸ਼ਿਸ਼ਾਂ ਨਹੀਂ ਦਿੰਦੀਆਂ, ਸਰੀਰ ਦਿਸਦਾ। ਤਾਂ ਪਾਤਸ਼ਾਹ ਸਰੀਰਕ ਰੂਪ 'ਚ ਵੀ ਇੱਥੇ ਆਏ 1706 ਈਸਵੀ ਦੇ ਵਿੱਚ। 1763 ਬਿਕਰਮੀ ਮਹਾਰਾਜਾ ਬਿਕਰਮਾਜੀਤ ਦੀ ਕੀਤੀ, ਜਿਹਨੇ ਸ਼ੁਰੂਆਤ ਕੀਤੀ ਸੀ, ਆ ਕੇ ਭਾਗ ਲਾਏ। ਗੁਰੂ ਨਾਨਕ ਦੇ ਘਰ ਦਾ ਖਜ਼ਾਨਾ ਜੋ ਜੁਗੋ ਜੁਗ ਅਟਲ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਰਜ ਆ, ਜਿਹਨੂੰ ਦਮਦਮਾ ਸਾਹਿਬ ਆਪ ਆਪਣੇ ਹੱਥੀਂ ਲਿਖਵਾਇਆ, ਉਹਦੇ 'ਚ ਜਿਹੜੀਆਂ ਦਿੱਤੀਆਂ ਹੋਈਆਂ ਦਾਤਾਂ ਨੇ ਸਾਡੇ ਲਈ, ਉਹ ਸਾਰੀਆਂ ਦੀ ਸਾਂਝ ਮਾਤਾ ਨਾਲ ਪਾਈ, ਬਖਸ਼ਿਸ਼ਾਂ ਕੀਤੀਆਂ, ਨਾਮਦਾਨ ਦਿੱਤਾ ਹੀ ਹੋਇਆ ਸੀ, ਭਾਗ ਲਾਏ ਉਹਨੂੰ, ਕਿਉਂਕਿ ਭੱਜਦੇ ਤਾਂ ਅਸੀਂ ਸਾਰੇ ਹਾਂ। ਪ੍ਰਵਾਨ ਕੀਤਾ ਮਾਂ ਨੂੰ ਕਿ ਤੂੰ ਪ੍ਰਵਾਨ ਆ, ਤੇ ਉਹੀ ਦਾਤਾਂ ਮਾਤਾ ਰਾਹੀਂ ਸਾਡੇ ਕੋਲ ਪਹੁੰਚੀਆਂ, ਸਾਡੀ ਝੋਲੀ ਪਈਆਂ। ਬਚਪਨ ਤੋਂ ਲੈ ਕੇ ਅੱਜ ਤੱਕ ਇੱਕੋ ਹੀ ਗੱਲ ਮੰਗੀ ਸੀ ਕਿ ਉਹ ਕਿਹੜੀ ਚੀਜ਼ ਸੀ ਜਿਹਨੂੰ ਵੰਡਣ ਲਈ ਗੁਰੂ ਨਾਨਕ ਦੇਵ ਨੇ 4 ਉਦਾਸੀਆਂ ਕੀਤੀਆਂ। ਜਦੋਂ ਉਦਾਸੀ ਕਰਨ ਜਾਂਦੇ ਸੀ ਕਹਿੰਦੇ ਕੀ ਸੀ ਅਗਲੇ ਨੂੰ? ਕੀਰਤਨ ਕਰਤਾ, ਕਥਾ 'ਚ ਤਾਂ ਇਹੀ ਮਿਲਦਾ, ਕੀਰਤਨ ਕਰਦੇ ਸੀ, ਮਰਦਾਨਿਆਂ ਬਾਣੀ ਆਈ ਆ, ਠੀਕ ਆ,
ਕੀਰਤਨ ਕੀਤਾ, ਸੰਗਤ ਨੇ ਸੁਣ ਲਿਆ, ਸੰਗਤ ਚਲੀ ਗਈ। ਪਰ ਬਾਅਦ 'ਚੋਂ ਸਾਰੀ ਸੰਗਤ ਸਿੱਖ ਹੋਈ। ਜਿਵੇਂ ਅੱਜ ਵੀ ਮੱਕੇ 'ਚ ਕਾਜੀ ਰੁਕਨਦੀਨ ਦਾ ਜਿਹੜਾ ਖਾਨਦਾਨ ਹੈ ਕੇਸਾਧਾਰੀ ਆ, ਕੁਛ ਲੋਕ ਅਫਗਾਨਿਸਤਾਨ 'ਚ ਬੈਠੇ ਆ। ਇਹੋ ਜਿਹੀ ਕਿਹੜੀ ਦਾਤ ਦੇ ਦਿੰਦੇ ਸੀ, ਉਹ ਕੀ ਨਾਲ ਬਖਸ਼ਿਸ਼ ਕਰਦੇ ਸੀ ਕਿ ਅਗਲਾ ਧਰਮਸਾਲ ਵੀ ਬਣਾ ਲੈਂਦਾ, ਹੋਰਾਂ ਨੂੰ ਵੀ ਦੱਸਦਾ। ਇੱਕ ਬਹੁਤ ਵੱਡਾ ਮਹਿਲ ਖੜਾ ਹੋਇਆ ਸਿੱਖੀ ਦਾ। ਬਹੁਤ ਚਿਰ ਪੁੱਛਦੇ ਰਹੇ, ਬੜਾ ਚਿਰ ਪੜ੍ਹਿਆ, ਬਹੁਤ ਕੁਛ ਪੜ੍ਹਾਇਆ ਮਾਂ ਨੇ, ਬਹੁਤ ਕੁਛ। ਪਰ ਜਿੱਦੇ ਝੋਲੀ ਪਾਇਆ ਘਰੋਂ ਹੀ ਪਾਤਾ, ਕੋਲ ਹੀ ਸੀ। ਕਿਉਂਕਿ ਫਲ ਜਿੰਨਾ ਚਿਰ ਪੱਕਦਾ ਨਹੀਂ ਨਾ, ਉਹਨਾਂ ਚਿਰ ਝੋਲੀ 'ਚ ਡਿੱਗਦਾ ਨਹੀਂ। ਗੁਰੂ ਨੇ ਪਕਾਉਣਾ ਵੀ ਹੁੰਦਾ। ਇਹ ਮੇਰੀ ਗੁਰੂ ਮਾਂ ਦੇਸਾਂ ਨੇ ਬੜੀ ਬਖਸ਼ਿਸ਼ ਕੀਤੀ। ਅਤੇ ਹੁਣ ਜੋ ਬਚਨ ਕੀਤੇ ਨੇ, ਸੇਵਾ ਵੀ ਹੋਣੀ ਆ ਇੱਥੇ ਤੁਹਾਡੇ ਸਾਹਮਣੇ, ਹੋਣਾ ਸਾਰਾ ਕੁਛ। ਬੜੇ ਰੰਗ ਭਾਗ ਲੱਗਣੇ ਆ, ਦੇਂਦੇ ਜਾਇਓ, ਕਿਉਂਕਿ ਹੁਕਮ ਹੀ ਹੁਣ ਹੋਇਆ। ਅਤੇ ਪਹਿਲਾ ਹੁਕਮ ਕੀਤਾ ਸੀ ਉਹਨਾਂ ਦਿਨਾਂ ਨੂੰ ਮਨਾਉਣ ਦਾ, 18 ਜੇਠ ਤੋਂ ਲੈ ਕੇ 26 ਜੇਠ ਤੱਕ। ਉਹ ਮਨਾਉਣੇ ਆ ਆਪਾਂ। ਪਿਆਰ ਵਾਲੀਆਂ ਸੰਗਤਾਂ ਕੇ ਨਤਮਸਤਕ ਹੁੰਦੀਆਂ। ਅੱਗੇ ਕੰਮ ਹੋਰ ਵਧਣਾ। ਆਹ ਮਾਤਾ ਜੀ ਦੀ ਵਰਸੀ ਆ, 10 ਤਰੀਕ ਨੂੰ, ਪਰਸੋਂ, ਕੱਲ੍ਹ ਨੂੰ 8 ਨੂੰ ਅਖੰਡ ਪਾਠ ਸਾਹਿਬ ਪ੍ਰਕਾਸ਼ ਹੋ ਜਾਣੇ ਆ। ਉਦੋਂ ਬਾਅਦ ਜੋ ਵਰਤਾਰਾ ਕਾਰ ਸੇਵਾ ਦਾ ਸ਼ੁਰੂ ਕਰਵਾਇਆ, ਉਹ ਆਪਾਂ ਸ਼ੁਰੂ ਕਰਕੇ ਉਹਨਾਂ ਗੁਰਸਿੱਖਾਂ ਕੋਲ ਪਹੁੰਚਣਾ ਜਿਹੜੇ ਸੱਚੀ ਮੁੱਚੀ ਦਸਵੰਧ ਕੱਢਦੇ ਆ ਅਤੇ ਕੱਢ ਕੇ ਰੱਖਿਆ ਹੋਇਆ ਅਤੇ ਅਰਦਾਸਾਂ ਕਰਦੇ ਆ ਕਿ ਗੁਰੂ ਪਾਤਸ਼ਾਹ ਜਿੱਥੇ ਤੂੰ ਚਾਹੁੰਦਾ ਸਾਡਾ ਭੇਜ ਦੇ, ਲਵਾ ਦੇ। ਹੁਣ ਗੁਰੂ ਪਾਤਸ਼ਾਹ ਬਣੀਓ ਆਗਿਆ ਤਾਂ ਗੁਰੂ ਪਾਤਸ਼ਾਹ ਇੱਥੇ ਜੀ ਭੇਜਣਗੇ, ਜਿਹਨੂੰ ਉਹ ਵੀ ਲੱਗੂਗਾ ਜਿੱਥੇ ਸਾਨੂੰ ਭੇਜਣਗੇ ਅਸੀਂ ਵੀ ਜਾਵਾਂਗੇ। ਇਹ ਹੁਣ ਵਰਤਾਰਾ ਅੱਗੇ ਹੋਣਾ। ਅਤੇ ਗੁਰੂ ਰਾਮਦਾਸ ਸਾਹਿਬ ਦੇ ਦਰ ਤੋਂ ਜਿੱਥੋਂ ਇਹ ਕੁਲਾਂ ਨੂੰ ਭਾਗ ਲੱਗੇ, ਬਾਬੇ ਆਦਮ ਦੀ ਭਗਤੀ ਨੂੰ ਭਾਗ ਲੱਗੇ, ਪ੍ਰਾਪਤੀ ਹੋਈ ਉਸ ਉਮਰ 'ਚ ਜਿੱਥੇ ਵਿਗਿਆਨ ਫੇਲ ਹੋ ਜਾਂਦਾ। 45 ਸਾਲ ਬਾਅਦ ਕਹਿ ਦਿੰਦੇ ਬੱਚਾ ਨਹੀਂ ਹੁੰਦਾ। 65 ਸਾਲ ਦੀ ਉਮਰ ਮਾਤਾ ਜੀ ਦੀ ਸੀ, 75-76 ਸਾਲ ਦੀ ਉਮਰ ਬਾਬਾ ਜੀ ਦੀ ਸੀ, ਬਾਬੇ ਆਦਮ ਦੀ। ਜਦੋਂ ਬੱਚਾ ਹੋਇਆ ਭਾਈ ਭਗਤੂ, ਐਡੀ ਵੱਡੀ ਕੁਲ ਚੱਲਦੀ ਆ ਦੁਨੀਆ 'ਤੇ, 35-37 ਪਿੰਡ ਵੱਜੇ ਹੋਏ ਆ। ਇਹ ਆ ਬਖਸ਼ਿਸ਼ਾਂ ਗੁਰੂ ਨਾਨਕ ਦੇ ਘਰ ਦੀਆਂ। ਉਸ ਦਰ ਤੋਂ ਸਾਨੂੰ ਰੋਜ਼ਾਨਾ ਹੁਕਮ ਆਉਂਦਾ, ਅਤੇ ਉਹ ਹੁਕਮ ਦੀ ਵਿਆਖਿਆ ਕਹਿ ਲਓ, ਜਾਂ ਉਹ ਜਿਹੜੀ ਕਿਰਪਾ ਉਹਨਾਂ ਨੇ ਕੀਤੀ ਹੋਈ, ਉਹਦੇ ਤਹਿਤ ਆਪਾਂ ਉਹ ਦ੍ਰਿਸ਼ਟੀ ਨਾਲ ਸਤਿਗੁਰਾਂ ਦੇ ਦਰਸ਼ਨ ਕਰਦੇ ਹਾਂ। ਬਾਣੀ ਦੇ ਆਓ ਅੱਜ ਵੀ ਸਾਂਝ ਪਾਈਏ। ਧਨਾਸਰੀ ਮਹੱਲਾ ਪੰਜਵਾ। ਫਿਰਤ ਫਿਰਤ ਭੇਟੇ ਜਨ ਸਾਧੂ, ਪੂਰਾ ਗੁਰ ਸਮਝਾਇਆ। ਆਣ ਸਗਲ ਵਿਦ ਕਾਮ ਨਾ ਆਵੈ, ਹਰ ਹਰ ਨਾਮ ਧਿਆਇਆ। ਸਤਿਗੁਰੂ ਕਹਿੰਦੇ ਨੇ ਕਿ ਜਦੋਂ ਕੁਛ ਚਾਹੀਦਾ ਹੋਵੇ ਨਾ, ਪਹਿਲਾਂ ਉਹਦੀ ਪਿਆਸ, ਉਹਦੀ ਮੰਗ ਸਾਡੇ ਅੰਦਰ ਉੱਠਦੀ ਆ। ਜਦੋਂ ਅੰਦਰ ਉੱਠਦੀ ਹੈ ਫਿਰ ਉਹ ਰੂਪ ਧਾਰਨ ਕਰ ਲੈਂਦੀ ਹੈ। ਅੰਦਰੇ ਅੰਦਰ ਵਿਕਾਸ ਹੁੰਦਾ ਉਹਦਾ। ਜਿਹੜੀ ਇੱਕ ਚੀਜ਼, ਇੱਕ ਸੋਚ, ਇੱਕ ਮੰਗ ਉੱਠੀ, ਜੇ ਉਹ ਮੰਗ 'ਤੇ ਪਹਿਰਾ ਦੇਣਾ ਸ਼ੁਰੂ ਕਰਤਾ ਤਾਂ ਉਹ ਇੱਕ ਦਿਨ ਬੜਾ ਰੂਪ ਧਾਰ ਜੂ। ਜਿਵੇਂ ਉਦਾਹਰਨ ਲਈਏ ਆਪਾਂ, ਚਿੱਤ 'ਚ ਆਵੇ ਕਿ ਆਪਾਂ ਬਹੁਤ ਕਮਾਈ ਕਰ ਲਈ, ਦੁਨਿਆਵੀ ਧਨ ਕਾਫੀ ਇਕੱਠਾ ਕਰ ਲਿਆ, ਪਿਆ ਆਪਣੇ ਕੋਲ, ਅਤੇ ਰਹੀ ਆਪਾਂ 2 ਕਮਰਿਆਂ 'ਚ ਹੀ ਜਾਂਦੇ ਹਾਂ, ਕਿਉਂ ਨਾ ਕੋਠੀ ਬਣਾ ਲਈਏ। ਘਰ ਦੇ ਵੀ ਕਹਿੰਦੇ ਹਾਂ ਆਪਾਂ ਵੀ ਕੋਠੀ ਪਾਓ, ਅੱਗੇ ਬੱਚੇ ਵਿਆਹੁਣੇ ਆ, ਰਿਸ਼ਤੇ ਸੋਹਣੇ ਮਿਲ ਜਾਂਦੇ ਆ। ਹੁਣ ਜਿਹੜਾ ਮਾਲਕ ਹੈ ਉਹਦੇ ਅੰਦਰ ਕੋਠੀ, ਕੱਕੇ ਦੇ ਨਾਂ ਨਾਲ ਜਿਹੜੀ ਸ਼ੁਰੂ ਹੁੰਦੀ ਹੈ, ਕੋਠੀ ਦਾ ਬੀਜ ਉਹਦੇ ਮਨ 'ਚ ਤਾਂ ਸੀ ਕਿ ਅਚੇਤਨ 'ਚ ਚਲਿਆ ਗਿਆ। ਉਹ ਰਾਤ ਨੂੰ ਵੀ ਹੱਥ ਨੇ ਪਿਆ ਵੀ ਸੋਚਦਾ ਕੋਠੀ ਫਲਾਣੇ ਨੇ ਜਿਹੜੀ ਬਣਾਈ ਆ ਬੜਾ ਵਧੀਆ। ਫਿਰ ਉਹ ਦੂਸਰੇ ਦਿਨ ਦੇਖਣ ਜਾਂਦਾ 5-10 ਥਾਈਂ। ਫਿਰ ਜਦੋਂ ਜਮਾ ਅੰਦਰਲੇ ਨਕਸ਼ੇ ਨਾਲ ਬਾਹਰ ਨਕਸ਼ਾ ਮੇਲ ਖਾ ਜਾਂਦਾ, ਉਹ ਆਹ ਸੀ, ਐਂ ਬਣਾਉਣੀ ਆ। ਉਹ ਬੀਜ ਨੇ ਇੱਕ ਨਕਸ਼ਾ ਦੇਤਾ, ਉਹ ਜਿਹੜਾ ਬਲੂ ਪ੍ਰਿੰਟ ਬਣਿਆ ਸੀ ਉਹਦੇ ਨਾਲ ਦਾ ਪ੍ਰਿੰਟ ਬਾਹਰੋਂ ਟੱਕਰ ਗਿਆ। ਉਹਨਾਂ ਨੂੰ ਪੁੱਛਿਆ ਭਾਈ ਨਕਸ਼ਾ ਕਿੱਥੋਂ ਬਣਾਇਆ? ਉਹਨਾਂ ਨੇ ਦੱਸਤਾ। ਉਹ ਨਕਸ਼ਾ ਤਿਆਰ ਕਰਵਾਇਆ, ਆ ਕੇ ਉਹ ਬਣਾਈ, ਬਣਦੀ ਤਿਆਰ ਹੋਈ, 1-2 ਸਾਲ 'ਚ ਸਾਰੇ ਉਹਨੂੰ ਭਾਗ ਲੱਗੇ। ਫਿਰ ਉਹ ਜੋ ਅੰਦਰ ਸੀ ਉਹ ਬਾਹਰ ਕੱਢਿਆ, ਉਹੋ ਜਿਹੀਆਂ ਲਾਈਟਾਂ, ਉਹੋ ਜਿਹੇ ਕਲਰ, ਉਹੋ ਜਿਹੇ ਰੰਗ, ਸਾਰਾ ਕੁਛ ਕਰਕੇ ਫਿਰ ਮਾਲਕ ਬਣ ਕੇ ਵਿੱਚ ਬਹਿੰਦਾ, ਬੜੇ ਸਗਨਾਂ ਦੇ ਨਾਲ, ਚੜ੍ਹਦੀ ਕਲਾ ਨਾਲ। ਸ਼ੁਰੂ ਗੱਲ ਕਿੱਥੋਂ ਹੋਈ ਸੀ ਕਿ ਕੋਠੀ ਬਣਾਉਣੀ ਆ। ਜਿੱਦੇ ਸ਼ੁਰੂਆਤ ਹੋ ਜਾਂਦੀ ਹੈ ਕਿ ਇਹ ਹੈ ਤਾਂ ਜੰਜਾਲ ਹੀ ਸਾਰਾ, ਸਾਹਮਣੇ ਹੀ ਹੋਈ ਜਾਂਦਾ ਸਾਰਾ ਕੁਛ, ਕਿੰਨਾ ਕੁਛ
ਸਾਡੀ ਜਿਹੜੀ ਚੇਤਨਾ ਨਾ ਅੰਦਰ, ਉਹ ਕਦੇ ਕਦੇ ਹੁਲਾਰਾ ਮਾਰਦੀ ਹੈ, ਦੱਸਦੀ ਹੈ ਵੀ ਕੀ ਆ ਸਾਰਾ ਕੁਛ। ਇਹ ਕਈ ਵਾਰੀ ਲੱਗਦਾ ਸਭ ਕੁਝ ਹੁੰਦਿਆਂ ਸੁਣਦਿਆਂ ਵੀ ਯਾਰ ਛੱਡ ਕੇ ਤੁਰ ਜੀਏ, ਕੁਛ ਨਹੀਂ ਹੈ। ਇੱਕ ਇਹ ਵੀ ਤੁਹਾਨੂੰ ਦੱਸ ਕਿ ਵੀ ਛੱਡ ਕੇ ਤੁਰ ਜਾਣ ਨਾਲ ਵੀ ਕੁਛ ਨਹੀਂ ਬਣਦਾ। ਇਹ ਵੀ ਦੇਖਿਆ, ਜਾ ਕੇ ਦੇਖਿਆ, ਜਿੱਥੇ ਜਾਓਗੇ ਉਦੋਂ ਦੁੱਗਣਾ ਭੈੜਾ ਸੰਸਾਰ ਵੀ ਉੱਥੇ ਹੀ ਆ। ਜਿਹੜਾ ਸਾਨੂੰ ਭੁਲੇਖਾ ਰਹਿੰਦਾ ਘਰੇ ਬੈਠਿਆਂ ਨੂੰ, ਗ੍ਰਸਤੀ ਲੋਕਾਂ ਨੂੰ, ਕਿ ਆਸਰਾਮਾਂ 'ਚ ਬੜਾ ਸੋਹਣਾ ਕੰਮ ਹੈ, ਡੇਰਿਆਂ 'ਚ ਬੜਾ ਵਧੀਆ, ਫਲਾਣੇ ਥਾਂ ਰਹਿਣ ਲੱਗ ਜਾਂਗੇ, ਕੋਈ ਕਹਿੰਦਾ ਹਰਿਦੁਆਰ ਚਲੇ ਜਾਵਾਂਗੇ। ਆ ਜਿਹੜੇ ਕੀਕ ਨੇ ਲੋਕ ਆ ਨਾ, ਜਿਹੜੇ ਟਿਕਣ ਨਹੀਂ ਦਿੰਦੇ ਹੁੰਦੇ, ਇਹ ਸਾਰੇ ਥਾਂ ਹੀ ਆ, ਹਰ ਇੱਕ ਥਾਂ। ਇਹ ਤਾਂ ਗੁਲਾਬ ਦੇ ਫੁੱਲ ਨਾਲ ਕੰਡਾ ਰੱਬ ਨੇ ਪੈਦਾ ਹੀ ਕੀਤਾ ਵਾ। ਇਹਨਾਂ ਦਾ ਸਾਹਮਣਾ ਤਾਂ ਤੁਹਾਨੂੰ ਕਰਨਾ ਹੀ ਪੈਣਾ। ਘਰੇ ਰਹਿ ਕੇ ਕਰ ਲਓ, ਸੌਖੇ ਬਹੁਤ ਆ, ਬਾਹਰ ਰਹਿ ਕੇ ਪਤਾ ਲੱਗਦਾ। ਤਾਂ ਫਿਰ ਵੀ ਸਤਿਗੁਰੂ ਕਹਿੰਦੇ ਵੀ ਜਦੋਂ ਮੰਗ ਉੱਠਦੀ ਆ ਨਾ, ਫਿਰ ਤੁਰਦਾ ਬੰਦਾ ਘਰੋਂ ਕਿ ਯਾਰ ਕੋਈ ਬਖਸ਼ਿਆ ਮਿਲ ਜੇ। ਫਰੀਦਾ ਤੁਰਿਆ ਤੁਰਿਆ ਜਾ, ਜੇ ਕੋਈ ਮਿਲ ਜੇ ਬਖਸ਼ਿਆ ਤੂੰ ਵੀ ਬਖਸ਼ਿਆ ਜਾ। ਕਿਉਂਕਿ ਜਿਨ੍ਹਾਂ ਨੂੰ ਮਿਲ ਜਾਂਦਾ, ਜਿਹੜੇ ਜਗ ਜਾਂਦੇ ਦੀਵੇ, ਉਹਨਾਂ ਨੂੰ ਵੀ ਇਲਾਹੀ ਹੁਕਮ ਹੁੰਦਾ ਇਹਨੂੰ ਵੰਡ ਹੁਣ, ਅੱਗੇ ਜਗਾ ਅਗਲਿਆਂ ਦੇ ਦੀਵੇ। ਉਹ ਫਿਰ ਨਿਕਲ ਕੇ ਉਹ ਵੀ ਤੁਰਦਾ ਵੰਡਣ, ਜਿਵੇਂ ਬਾਬਾ ਜੀ ਗਏ 4 ਉਦਾਸੀਆਂ 'ਤੇ। ਤਾਂ ਉੱਥੇ ਫਿਰ ਵਾਪਰਦਾ, ਫਿਰਤ ਫਿਰਤ ਭੇਟੇ ਜਨ ਸਾਧੂ। ਫਿਰ ਕਿਸੇ ਨਾ ਕਿਸੇ ਨਾਲ ਪਹੁੰਚੇ ਹੋਏ ਨਾ, ਜੁੜੇ ਹੋਏ ਨਾ, ਭੇਟ ਹੋ ਜਾਂਦੀ ਹੈ, ਮਿਲਾਪ ਹੋ ਜਾਂਦਾ। ਪੂਰਾ ਗੁਰ ਸਮਝਾਇਆ, ਉਹ ਪੂਰੇ ਸਾਧੂ ਨੇ, ਉਹ ਗੁਰ ਦੇਤਾ। ਕਿ ਮਿਲਦਾ ਕਿਵੇਂ ਆ? ਕਿਉਂਕਿ ਸਾਰੇ ਬ੍ਰਹਮੰਡ ਦਾ ਬੀਜ ਸਾਡੇ ਅੰਦਰ ਹੈ। ਜੋ ਬ੍ਰਹਮੰਡ 'ਚ ਫੈਲਿਆ ਹੋਇਆ ਉਹ ਪਿੰਡ 'ਚ ਵੀ ਉਵੇਂ ਹੀ ਆ। ਜਿਵੇਂ ਤੁਸੀਂ ਦੇਖਿਆ ਨਾ, ਕਿਤੇ ਬੋਹੜ ਦਾ ਬੀਜ ਚੱਕ ਕੇ ਦੇਖਿਓ, ਐਂ ਹੱਥ 'ਚ ਹੀ ਆ ਜਾਂਦਾ, ਐਂ ਦੀਂਦਾ ਵੀ ਨਹੀਂ, ਬਹੁਤ ਛੋਟਾ। ਬਾਹਰੀ ਤੌਰ 'ਤੇ ਅੱਖਾਂ ਜਾਂ ਸਾਡਾ ਮਾਈਂਡ ਮੰਨ ਸਕਦਾ ਤੇ ਵੀ ਐਡੇ ਕੁ ਬੀਜ 'ਚੋਂ ਐਡਾ ਵੱਡਾ ਦਰਖਤ ਨਿਕਲਿਆ, ਸਾਰਾ ਪਿੰਡ ਥੱਲੇ ਬਹਿ ਜੇ। ਆਈ ਬੀਜ ਆ ਜਿਹੜੇ ਛੋਟੇ। ਤਾਂ ਹੀ ਜਿਹੜੇ ਜਪਣ ਵਾਲੀਆਂ ਚੀਜ਼ਾਂ ਉਹਨਾਂ ਨੂੰ ਬੀਜ ਮੰਤਰ ਕਿਹਾ ਜਾਂਦਾ। ਦੇਖਣ ਨੂੰ ਉਹ ਛੋਟੇ ਲੱਗਦੇ ਹੁੰਦੇ ਆ ਕਿ ਐਂ ਕਿਹੋ ਜਿਹੀ, ਐਂ ਕਹੇ ਤੋਂ ਉਦੋਂ ਪਤਾ ਲੱਗਦਾ ਜਦੋਂ ਕਹਿ ਕੇ ਉਹ ਖੁੱਲ੍ਹਦਾ ਸੈਂਟਰ। ਉਹ ਬੂਟਾ ਵੱਡਾ ਹੁੰਦਾ, ਉਹਦੀ ਛਾਂ ਹੁੰਦੀ ਆ, ਉਹਦੇ ਫਲ ਲੱਗਦੇ ਆ। ਫਿਰ ਉਹ ਸਾਧੂ ਜਦੋਂ ਦੱਸ ਦਿੰਦਾ, ਕਿਹੜੀ ਗੱਲ ਦੱਸਦਾ? ਜਿਹੜਾ ਪੂਰਾ। ਉਹ ਤਾਂ ਦੇਖੋ ਹਰ ਬੰਦੇ ਦੀਆਂ ਆਪਣੀਆਂ ਆਪਣੀਆਂ ਥਿਊਰੀਆਂ, ਰੱਬ ਵੱਲ ਜਾਣ ਦੇ ਹਜ਼ਾਰਾਂ ਰਾਹ, ਹਰ ਬੰਦਾ ਵੱਖਰੀ ਵੱਖਰੀ ਗੱਲ ਦੱਸਦਾ। ਪਰ ਜਿਹੜਾ ਪੂਰਾ, ਉਹ ਆਪ ਦੇ ਮਗਰ ਨਹੀਂ ਤੋੜਦਾ, ਉਹ ਤਾਂ ਪਹਿਲਾਂ ਹੀ ਭਾਰ ਤੋਂ ਡਰਦਾ ਹੁੰਦਾ। ਆਣ ਸਗਲ ਵਿਦ ਕਾਮ ਨ ਆਵੈ, ਹਰ ਹਰ ਨਾਮ ਧਿਆਇਆ। ਉਹ ਦੱਸ ਦਿੰਦਾ ਕਿ ਹੋਰ ਜਿੰਨੀਆਂ ਵੀ ਵਿਧੀਆਂ, ਕਰਮ ਕਾਂਡ ਹੈ, ਬਾਹਰੀ ਤੌਰ 'ਤੇ ਬਹੁਤ ਕੁਛ ਕਰਾਇਆ ਜਾਂਦਾ ਦੁਨੀਆ 'ਚ, ਰੱਬ ਦੇ ਨਾਂ 'ਤੇ ਬੜਾ ਕੁਛ ਚੱਲੀ ਜਾਂਦਾ। ਪਰ ਜਿਹੜੀ ਭਗਤੀ ਲਹਿਰ ਚੱਲੀ ਆ, ਭਗਤ ਕਬੀਰ ਹੋਰੀ, ਰਵਿਦਾਸ ਜੀ, ਫਰੀਦ ਜੀ, ਜੈਦੇਵ ਜੀ, ਪਰਮਾਨੰਦ ਜੀ, ਰਾਮਾਨੰਦ ਜੀ, ਇਹ ਸਾਰੀ ਜਿਹੜੀ ਭਗਤੀ ਲਹਿਰ ਹੈ, ਜਿਨ੍ਹਾਂ 'ਚ 10 ਗੁਰੂ ਵੀ ਆਏ, ਗੁਰੂ ਨਾਨਕ ਸਾਹਿਬ ਵੀ, ਇਹਨਾਂ ਨੇ ਕਾਟਾ ਮਾਰਿਆ ਸਾਰੇ ਕਹੇ ਨੂੰ ਕਿ ਜੇ ਨਿਰਾਕਾਰ ਕਰਨੀ ਜਾਣਾ, ਆਕਾਰ ਵਾਲੀਆਂ ਚੀਜ਼ਾਂ, ਮੂਰਤੀ ਪੂਜਾ, ਬੁੱਤ ਪੂਜਾ ਖਤਮ ਕਰ, ਇਹਨੂੰ ਚੱਲ ਅੰਦਰ ਨੂੰ। ਆਣ ਸਗਲ ਵਿਦ ਕਾਮਨਾ ਆਵੈ, ਕੋਈ ਵਿਧੀ ਕੰਮ ਨਹੀਂ ਉਹਦੀ। ਟਾਈਮ ਖਰਾਬ ਹੁੰਦਾ। ਹਾਂ, ਕੁਛ ਗੱਲਾਂ ਇਹੋ ਜਿਹੀਆਂ ਦੇਖੀਆਂ ਕਿ ਬਾਹਰੀ ਪੂਜਾ ਸੇਵਾ ਕਰਮ ਕਾਂਡ ਕਰੇ ਤੋਂ ਦੁਨਿਆਵੀ ਜ਼ਿੰਦਗੀ 'ਚ ਫਲ ਬਹੁਤ ਮਿਲਦੇ ਆ। ਜਿਹਦਾ ਸੰਬੰਧ ਹੀ ਉੱਥੋਂ ਤੱਕ ਹੈ ਵੀ ਬਗਾਹਾਂ ਉਹ ਸੋਚਦੇ ਹੀ ਨਹੀਂ, ਉਹਨੂੰ ਮੁਬਾਰਕ ਵੀ ਆ ਉਹ ਚੀਜ਼ਾਂ ਕਰੋ। ਜਿਹਦਾ ਇਹ ਭਰੋਸਾ ਨਾ ਅੰਦਰੋਂ ਵੀ ਕੁਛ ਨਹੀਂ, ਗਾਹਾਂ ਗੂਹਾਂ ਹੁੰਦਾ ਹੀ ਨਹੀਂ ਇਹੋ ਜਿਹਾ ਕੁਛ, ਠੀਕ ਹੈ, ਪੂਰੀ ਆਜ਼ਾਦੀ ਹੈ ਰੱਬ ਬੰਨੀ ਹੋਈ ਗੱਲ ਦੀ, ਮੰਨੋ। ਸਤਿਗੁਰੂ ਕਹਿੰਦੇ ਆਣ ਸਗਲ ਵਿਦ ਕਾਮ ਨ ਆਵੈ, ਹਰ ਹਰ ਨਾਮ ਧਿਆਇਆ। ਸਿਰਫ ਜਿਹੜਾ ਪਰਮ ਪਿਤਾ ਪਰਮਾਤਮਾ ਦੇ ਆ ਸੈਂਟਰਾਂ 'ਚ ਚਾਬੀ ਹੈ ਨਾ, ਇਹ ਜਿਹੜਾ ਹਰ ਦਾ ਜਾਪ ਆ, ਹਰ ਹਰ ਹਰ, ਕਿੰਨੇ ਕਿੰਨੇ ਵਾਰੀ ਲਿਖ ਕੇ ਦੱਸਿਆ ਸਤਿਗੁਰਾਂ ਨੇ ਕਿ ਇਹਨੂੰ ਜਪਣਾ ਹੈ। ਫਿਰ ਇਸੇ ਨੂੰ ਧਿਆਉਣਾ ਸੁਰਤ ਨਾਲ। ਜਦੋਂ ਧਿਆਓਗੇ ਤੁਹਾਨੂੰ ਉਹ ਪੁਆਇੰਟ 'ਤੇ ਆ ਜਾਊਗਾ ਜਿੱਥੇ ਉਹ ਪ੍ਰਕਾਸ਼ ਪੈਂਦਾ ਦੀਂਦਾ, ਜਾਣਾ ਅੰਦਰ ਪੈਣਾ ਸੁਰਤ ਨਾਲ। ਆਣ ਸਗਲ ਵਿਦ ਕਾਮ ਨ ਆਵੈ, ਹਰ ਹਰ ਨਾਮ ਧਿਆਇਆ। ਨਾਮ ਅੰਦਰ ਹੀ ਆ, ਕਰੰਟ ਅੰਦਰ ਹੀ ਆ ਸਾਡੇ, ਸਭ ਕੁਛ ਹੈ। ਆਹ ਜਿਹੜੀ ਸੁਰਤ ਆ ਨਾ, ਜਿਹਨੂੰ ਧਿਆਨ ਕਿਹਾ, ਇਹਨੂੰ ਉਸ ਪੁਆਇੰਟ 'ਤੇ ਲਿਜਾਣਾ। ਜਿਵੇਂ ਰੇਤੇ 'ਚ ਬੀ ਪਾ ਕੇ ਰੱਖ ਦਈਏ ਪਰ ਉਹਨੂੰ ਪਾਣੀ ਨਾ ਦੇਈਏ ਤਾਂ ਉਹ ਜ਼ਿੰਦਗੀ ਭਰ ਉਵੇਂ ਪਿਆ ਰਹਿ ਸਕਦਾ। ਪਰ ਜਦੋਂ ਅਸੀਂ ਧਿਆਨ ਦਾ ਪਾਣੀ ਲੈ ਜਾਵਾਂਗੇ, ਉਹਦੀ ਕੌਲੀ 'ਚ ਜਾ ਕੇ 2 ਤੌਕੇ ਵੀ ਸਿੱਟਦੇ ਨਾ, ਉਹ ਬੀਜ ਨੇ ਢੰਗੂਰ ਮਾਰਿਆ ਹੋਣਾ।
ਇਵੇਂ ਜਿਵੇਂ ਨਾਮ ਦੇ ਬੀਜ ਪਏ ਆ ਅੰਦਰ, ਸ਼ਕਤੀਆਂ ਦੇ ਬੀਜ ਪਏ ਆ, ਗਿਆਨ ਦੇ ਬੀਜ ਪਏ ਆ। ਪੰਖੜੀਆਂ ਹਰ ਸੈਂਟਰ 'ਤੇ ਹਜ਼ਾਰਾਂ ਹਜ਼ਾਰਾਂ। ਉਹ ਪੰਖੜੀਆਂ ਜਦੋਂ ਖੁੱਲ੍ਹਦੀਆਂ ਮੱਤ ਬਹੁਤ ਉੱਚੀ ਹੁੰਦੀ ਆ। ਜਿਹੜਾ ਕਿਸੇ ਨੂੰ ਨਹੀਂ ਦਿੰਦਾ ਉਹਨੂੰ ਦਿਸਣ ਲੱਗ ਜਾਂਦਾ। ਉਹਨਾਂ ਸੈਂਟਰਾਂ ਨੂੰ ਸੁਰਤ ਦੇ ਨਾਲ ਖੋਲ੍ਹਣਾ ਆਪਾਂ। ਕੋਈ ਕਾਲ ਨਹੀਂ, ਪੂਰਾ ਜੀਵਨ ਵੀ ਲੱਗ ਸਕਦਾ, 2 ਜੀਵਨ 4 ਜੀਵਨ ਵੀ ਲੱਗ ਸਕਦੇ। ਕੀ ਕਾਲ ਆ ਵੀ ਆਪਾਂ ਸਰਤ ਲਾਈਏ ਕਿਸੇ ਨਾਲ ਵੀ ਕਰਕੇ ਹੀ ਦਿਖਾਉਣਾ, ਕੁਛ ਨਹੀਂ ਕਰਨਾ, ਆਨੰਦ 'ਚ ਰਹਿਣਾ। ਆਣ ਸਗਲ ਵਿਦ ਕਾਮ ਨਾ ਆਵੈ, ਹਰ ਹਰ ਨਾਮ ਧਿਆਇਆ। ਉਹ ਹਰੀ ਪਰਮ ਪਿਤਾ ਪਰਮਾਤਮਾ ਦੇ ਨਾਮ ਨੂੰ ਧਿਆਉਣਾ। ਇੱਕ ਹੁੰਦਾ ਜਾਪ ਬੋਲ ਕੇ ਕਰਨਾ, ਇੱਕ ਹੁੰਦਾ ਚਿੱਤ 'ਚ ਕਰਨਾ ਅਪੰਸੂ, ਇੱਕ ਹੁੰਦਾ ਸੁਰਤੀ ਨਾਲ ਉਹ ਚੀਜ਼ ਨੂੰ ਅੰਦਰੇ ਅੰਦਰ ਵੇਖਣਾ। ਉਹਦੇ ਅੰਗ ਸੰਗ, ਸੁਰਤ ਅੰਗ ਸੰਗ, ਫਿਰ ਕੰਮ ਬਣਨਾ ਸਾਰਾ ਜੋ ਤੁਹਾਡਾ ਹੈ ਉਹ ਬਣਨਾ ਸ਼ੁਰੂ ਹੋ ਜਾਂਦਾ। ਤਾਤੇ ਮੋਹੇ ਧਾਰੀ ਓਟ ਗਵਾ ਗੋਪਾਲ। ਮਹਾਰਾਜ ਜੀ ਕਹਿੰਦੇ ਇਸ ਵਾਸਤੇ ਮੈਂ ਉਹਦੇ ਨਾਲ ਜਿਹੜੀ ਭੇਟ ਕੀਤੀ ਸਾਧੂ ਨੇ, ਉਹਨੇ ਦੱਸਿਆ ਕਿ ਓਟ ਨਿਰੰਕਾਰ ਦੀ ਰੱਖ ਇੱਕ ਦੀ। ਗੇੜਾ ਲਾਟੂ ਨੂੰ ਜਿੱਥੇ ਮਰਜ਼ੀ ਖੱਜ ਗਏ, ਅਤੇ ਜਿਹੜੀ ਉਹ ਰੱਸੀ ਫੜੀ ਵੀ ਆ ਤਾਹਾਂ ਉਹ ਇੱਕੋ ਹੀ ਆ। ਚੜ੍ਹਨਾ ਉਹਦੇ ਕੰਨੀ ਨੂੰ ਆ, ਤਾਹਾਂ ਨੂੰ ਐਂ ਗੇੜੇ ਨਹੀਂ ਦੇਣੇ। ਬਸ ਫਿਰ ਉਹ ਜਿਹਦੇ ਸਮਝ ਬਣ ਜਾਂਦੀ ਹੈ, ਇੱਕ ਇੱਕ ਪੁਆਇੰਟ ਬੰਦਾ ਅੱਗੇ ਵੱਧਦਾ ਜਾਂਦਾ। ਤਾਂ ਤੇ ਮੋਹੇ ਧਾਰੀ ਓਟ ਗਵਾਲ। ਮੈਂ ਜਿਹੜੀ ਓਟ ਸੀ ਆਪਣੀ ਗੋਪਾਲ ਦੇ ਨਾਲ, ਕਰਤੇ ਪੁਰਖ ਦੇ ਨਾਲ, ਜੋ ਖੰਡਾਂ ਬ੍ਰਹਮੰਡਾਂ ਦਾ ਰਾਖਾ, ਜਿਹਨੇ ਸਭ ਕੁਛ ਬਣਾਇਆ, ਜਿਹੜਾ ਇੱਕ ਓਂਕਾਰ ਹੈ, ਜਿਹੜਾ ਸਾਰੇ ਥਾਈਂ ਰਮਿਆ ਹੋਇਆ, ਮੈਂ ਉਹਦੀ ਓਟ ਆਪਣੇ ਹਿਰਦੇ ਦੇ ਵਿੱਚ ਵਸਾ ਲਈ। ਅੱਗੇ ਕੀ ਕਹਿੰਦੇ ਮਹਾਰਾਜ? ਸਰਨ ਪਰਿਓ ਪੂਰਨ ਪਰਮੇਸ਼ਰ, ਬਿਨਸੇ ਸਗਲ ਜੰਜਾਲ ਰਹਾਓ। ਸਰਨ ਚਲੇ ਗਏ। ਸਰਨ ਜਾਣ ਦਾ ਮਤਲਬ ਹੁੰਦਾ ਕਿ ਆਪਣੀ ਮਤ ਬੁੱਧ, ਆਪਣੀ ਹਉਮੈ, ਆਪਣਾ ਜੋ ਵੀ ਹੈ ਜਾ ਕੇ ਚਰਨਾਂ 'ਚ ਧਰ ਦੇਣਾ ਅਤੇ ਮੱਥਾ ਧਰਤੀ 'ਤੇ ਲਾ ਦੇਣਾ, ਤਾਂ ਕਿ ਮੱਥੇ ਦੇ ਵੀ ਪੁੱਠੇ ਲੇਖ ਆ ਜਿਹੜੇ ਸਿੱਧੇ ਹੋ ਜਾਣ। ਆਪਣੇ ਕੰਨੀਓ ਕਹਿ ਦੇਣਾ ਕੋਈ ਪਤਾ ਨਹੀਂ, ਕੋਈ ਪਤਾ ਨਹੀਂ, ਅੰਦਰੇ ਅੰਦਰ। ਮਹਾਰਾਜ ਕਹਿੰਦੇ ਸਰਨ ਪਰਿਓ। ਜਦੋਂ ਤੁਸੀਂ ਸਰਨ ਆ ਜਾਂਦੇ ਹੋ ਨਾ, ਗੁਰੂ ਨੂੰ ਮੂਹਰੇ ਕਿਉਂ ਰੱਖਿਆ? ਕਿਉਂਕਿ ਗੁਰੂ ਤੁਹਾਨੂੰ ਸਾਰੀ ਗੱਲ ਸਮਝਾਉਂਦਾ। ਵੈਸੇ ਤਾਂ ਪਰਮੇਸ਼ਰ ਸਾਰੇ ਥਾਈਂ ਆ। ਉਸ ਢੰਗ ਨਾਲ ਦੇਖੋਗੇ ਤਾਂ ਉਹ ਜਿਹੜਾ ਲਿਟਦਾ ਫਿਰਦਾ ਉਹ ਵੀ ਪਰਮੇਸ਼ਰ ਹੀ ਹੈ। ਜਿਹੜਾ ਭਾਲਦਾ ਫਿਰਦਾ ਬਾਹਰੋਂ, ਉਹਨੂੰ ਨਹੀਂ ਪਤਾ ਕਿ ਮੈਂ ਅੰਦਰ ਆ, ਜਿਹਦਾ ਕਰਕੇ ਤੁਰਿਆ ਫਿਰਦਾ ਉਹੀ ਪਰਮੇਸ਼ਰ ਆ। ਅੱਜ ਜਦੋਂ ਮੈਂ ਸੋਚਦਾ ਵੀ ਬਾਂਹ ਚੱਕ, ਮੈਂ ਫੁਰਨਾ ਬਣਾਇਆ, ਬਾਂਹ ਚੱਕੀ ਗਈ, ਇਹਨੂੰ ਕੰਟਰੋਲ ਕਰਦਾ ਜਿਹੜਾ ਪਿਓ ਉਹੀ ਆ। ਉਹ ਲੁਕਿਆ ਬੜੇ ਤਰੀਕੇ ਨਾਲ ਆ, ਬਸ ਉਸ ਨੂੰ ਪਕੜਨਾ। ਉਹਨੂੰ ਕਿਹਨੂੰ? ਆਪਣੇ ਆਪੇ ਨੂੰ। ਸਰਨ ਭਰਿਓ ਪੂਰਨ ਪਰਮੇਸ਼ਰ, ਬਿਨਸੇ ਸਗਲ ਜੰਜਾਲ। ਮਹਾਰਾਜ ਕਹਿੰਦੇ ਸਰਨ ਆ ਜਾਓ, ਆਪਣੇ ਆਪੇ ਦੀ ਸਰਨ ਆ ਜਾਓ, ਜਾਣੀ ਆਪਣੇ ਘਰੇ ਆ ਜਾਓ। ਉਹ ਬੇਪਰਦੇਸੀ ਵੇ ਆਓ ਘਰੇ, ਮਹਾਰਾਜ ਦੇ ਸ਼ਬਦ ਆ ਨਾ ਇਸ ਤਰ੍ਹਾਂ ਦੇ। ਕਿਉਂਕਿ ਉਹਨਾਂ ਨੂੰ ਪਤਾ ਤੂੰ ਘਰੇ ਆ ਜਾਏਗਾ, ਜਦੋਂ ਆਪਣੇ ਬੈਡਰੂਮ 'ਚ ਬੈਠੇਗਾ ਉੱਥੋਂ ਹੀ ਪਤਾ ਲੱਗ ਜਾਣਾ ਸਾਰਾ ਕੁਛ। ਆਹ ਹਰ ਹਿਰਦਾ ਨਾ ਜਿਹੜਾ ਇਹ ਸੈਂਟਰ ਆ ਉਹਦਾ, ਅਤੇ ਆ ਪਵਨ ਗੁਰੂ ਦੀ ਬੜੀ ਲਿਹਾਜ਼ ਆ ਉਹਦੇ ਨਾਲ। ਸਾਰੇ ਸੈਂਟਰਾਂ ਕੋਲ ਦੀ 1 ਸਕਿੰਟ ਦੇ ਵਿੱਚ ਹਾਲ ਚਾਲ ਪੁੱਛਦਾ ਹੋਇਆ ਅੰਦਰ ਬਾਹਰ ਆਈ ਜਾਂਦਾ। ਇਹਦੀ ਸਰਨ ਆ ਜਾ, ਇਹਦੇ ਨੇੜੇ ਆ ਜਾ, ਇਹ ਕਿਸੇ ਨਾ ਕਿਸੇ ਨਾਲ ਲਿਹਾਜ਼ ਪਵਾਈ ਦੇਊ, ਗੱਲ ਬਣ ਜਾਣੀ ਆ। ਸੁਰਗ ਮਿਰਤ ਪਿਆਲ ਭੂਮੰਡਲ, ਸਗਲ ਵਿਆਪੈ ਮਾਈ। ਕਹਿੰਦੇ ਬੇਸ਼ੱਕ ਸੁਰਗ ਆ, ਦੇਵ ਲੋਕ, ਜਿੱਥੇ ਮਨ ਮਰਜ਼ੀਆਂ ਚੱਲਦੀਆਂ, ਜੋ ਕਹੋਗੇ ਹੋਣਾ ਸ਼ੁਰੂ ਹੋ ਜਾਂਦਾ। ਮਿਰਤ, ਮਿਰਤੂ ਲੋਕ ਜਿਹੜੇ ਰਹਿੰਦੇ ਆ ਜਿੱਥੇ, ਆਪਣੇ ਹਿਸਾਬ ਨਾਲ ਮਿਰਤੂ ਆ, ਉਹ ਤਾਂ ਜੀਵਨ 'ਚ ਹੀ ਆ। ਮਾਤ ਲੋਕ ਜਿੱਥੇ ਥੱਲੇ, ਇਹ ਸਾਰਾ ਕੁਛ ਹੀ ਪਿਆਲ ਜੋ ਵੀ ਆ। ਸੁਰਗ ਮਿਰਤ ਪਿਆਲ ਭੂਮੰਡਲ, ਸਗਲ ਵਿਆਪੇ ਮਾਏ। ਸਾਰੇ ਜਿੰਨੇ ਹੈਗੇ, ਜਿਹੜੀ ਅਕਾਲ ਪੁਰਖ ਦੀ ਦਿਸਦੀ ਹਸਤੀ ਆ, ਜਿਹੜੀ ਸਰਗੁਣ ਰੂਪ ਆਦ ਸ਼ਕਤੀ ਮਾਂ ਧਰਤੀ ਆ, ਪ੍ਰਕਿਰਤੀ ਆ, ਇਹ ਕਹਿੰਦੇ ਉਹਦੇ ਜਾਲ ਦੇ ਵਿੱਚ ਹੀ ਆ ਸਾਰਾ ਕੁਛ। ਅਸੀਂ ਵੀ ਉਹਦੇ ਵਿੱਚ ਹੀ ਰਹਿ ਰਹੇ ਹਾਂ, ਉਹਦੇ ਵਿੱਚ ਹੀ ਬੋਲ ਰਹੇ ਹਾਂ। ਜਿਵੇਂ ਮੱਛੀ ਨੂੰ ਨਹੀਂ ਪਤਾ ਕਿ ਮੈਂ ਸਮੁੰਦਰ ਦੇ ਵਿੱਚ ਹੀ ਹਾਂ। ਜੇ ਕਿਤੇ ਉਹਨੂੰ ਪ੍ਰਚਾਰ ਸੁਣ ਲਏ ਕਿਸੇ ਪ੍ਰਚਾਰਕ ਦਾ ਵੀ ਪਾਣੀ ਭਾਈ ਬਹੁਤ ਔਖਾ ਮਿਲਦਾ, ਪਾਣੀ ਨਹੀਂ ਹੈ ਆਪਣੇ ਕੋਲੇ, ਪਾਣੀ ਨੂੰ ਭਾਲੋ, ਅਤੇ ਉਹ ਮੱਛੀ ਵਿਚਾਰੀ ਸੁਣ ਕੇ ਪ੍ਰਚਾਰਕਾਂ ਦੀਆਂ 2-4 ਗੱਲਾਂ ਪਾਣੀ ਨੂੰ ਭਾਲਣ ਲੱਗ ਜੇ, ਫਿਰ ਦੇਖ ਲਓ ਹਾਲ ਕੀ ਹੋਣਾ ਉਹਦਾ। ਮਾਰਦੀ ਫਿਰੇ ਟੱਕਰਾਂ ਜਿੱਥੇ ਮਰਜੀ। ਫਿਰ ਉਹਨੂੰ ਕੋਈ ਪਹੁੰਚਿਆ ਵੀ ਦੱਸਦਾ ਵੀ ਉਹ ਤੂੰ ਪਾਣੀ ਦੇ ਵਿੱਚ ਹੀ ਆ ਭੈਣੇ, ਐਂ ਨਾ ਕਰ। ਫਿਰ ਕਦੇ ਜੇ ਮੌਕਾ ਬਣ ਜਾਂਦਾ ਹੈ,
ਉਹ ਦੇ ਕੇ ਹਲਾਰਾ ਬਾਹਰ ਸਿੱਟ ਦਿੰਦਾ ਪਾਣੀ ਤੋਂ, ਫਿਰ ਤੜਫਦੀ ਹੈ। ਫਿਰ ਪਤਾ ਲੱਗਦਾ ਵੀ ਅੱਛਾ ਹੁਣ ਬਾਹਰ ਆ ਮੈਂ, ਅਸਲ 'ਚ ਮੈਂ ਸੀ ਪਾਣੀ 'ਚ। ਇਹੀ ਹਾਲ ਸਾਡਾ, ਅਸੀਂ ਉਹੀ ਹਾਂ। ਹੁਣ ਆਹ ਸਾਹ ਦੀ ਗੱਲ ਕਰੀਦੇ ਹਰ ਇੱਕ, ਉਹ ਸਾਹ ਦਾ ਤਾਂ ਜੀ ਪਤਾ ਹੀ ਨਹੀਂ ਲੱਗਦਾ। ਅਸੀਂ ਤਾਂ ਫਿਰ ਕਹੀਦਾ ਵੀ ਨੱਕ ਵੀ ਬੰਦ ਕਰ, ਮੂੰਹ ਵੀ, ਤੈਨੂੰ ਪਤਾ ਤਾਂ 3 ਸਕਿੰਟਾਂ 'ਚ ਲੱਗ ਜੂ। ਪਤਾ ਲਾਓ ਇਹਦਾ, ਜਿਹੜਾ 24 ਘੰਟੇ ਨਾਲ ਆ ਸਾਰੇ ਗੇਅਰ ਇਹੀ ਬਦਲਦਾ, ਇਹਦੇ ਹੀ ਹੱਥ ਵੱਸ ਆ। ਜੇ ਤੁਸੀਂ ਇਹਨੂੰ ਸਾਂਭਣ ਸਿੱਖ ਗਏ ਨਾ, ਹਰ ਸਿਚੁਏਸ਼ਨ 'ਚ ਤੁਸੀਂ ਸਾਂਭ ਲੈਣੀ ਹੈ। ਅੱਗੇ ਸਤਿਗੁਰੂ ਕਹਿੰਦੇ ਸੁਰਗ ਮਿਰਤ ਪਿਆਲ ਭੂਮੰਡਲ ਸਗਲ ਵਿਆਪੇ ਮਾਏ, ਜੀ ਉਦਾਹਰਣ ਸਭ ਕੁਲ ਤਾਰਨ ਹਰ ਹਰ ਨਾਮ ਧਿਆਏ। ਕਹਿੰਦੇ ਆਪਣੇ ਜੀ ਦਾ ਵੀ ਉਧਾਰ ਕਰ ਲੈਣਾ। ਜੀ ਉਹੀ ਆ ਜਿਹਨੂੰ ਭਾਲਦੇ ਫਿਰਦੇ ਆ। ਸਭ ਕੁਲ ਤਾਰਨ, ਹੋਰਾਂ ਨੂੰ ਵੀ, ਕੁਲ ਨੂੰ ਵੀ। ਹਰ ਹਰ ਨਾਮ ਧਿਆਏ। ਕਰਨਾ ਕੀ ਹੈ? ਸਤਿਗੁਰੂ ਕਹਿੰਦੇ ਤੁਸੀਂ ਹਰ ਹਰ ਨਾਮ ਧਿਆਉਣਾ ਹੈ। ਉਹਨੇ ਲਿਖ ਕੇ ਦਿੱਤਾ, ਡੰਡੀਆਂ ਲਾ ਕੇ ਬੰਦ ਕਰਤੀ ਗੱਲ ਕਿ ਜੋ ਕਹਿਤਾ ਸੋ ਕਹਿਤਾ। ਹੁਣ ਸਾਡੇ ਕੋਲ ਅਧਿਕਾਰ ਨਹੀਂ ਹੈ ਇਸ ਗੱਲ ਨੂੰ ਬਦਲਣ ਦਾ ਕਿ ਅਸੀਂ ਕੁਛ ਹੋਰ ਜਪੀਏ ਜਾਂ ਹੋਰ ਧਿਆਈਏ। ਜੋ ਪਾਤਸ਼ਾਹ ਕਹਿੰਦੇ ਆ ਜਦੋਂ ਉਹੀ ਕਰਕੇ ਵੇਖਾਂਗੇ ਨਾ ਪ੍ਰੈਕਟੀਕਲ, ਫਿਰ ਗੱਲ ਬਣਨੀ ਆ। ਦੂਈ ਦਵੈਤ ਛੱਡਣੀ ਪੈਣੀ ਆ ਕਿ ਆਹ ਕਿਹਦਾ। ਜਿਵੇਂ ਕੋਈ ਰੋਗੀ ਸੋਗੀ ਹੋ ਜੇ, ਕੋਈ ਦੌਰਾ ਪੈ ਜੇ ਦਿਲ ਦਾ, ਅਤੇ ਉਹਨੂੰ ਚੱਕ ਕੇ ਹੌਸਪੀਟਲ ਲੈ ਜਾਈਏ। ਉੱਥੇ ਜਾ ਕੇ ਉਹ ਬੰਦਾ ਮਰੀਜ਼ ਜਾਂ ਉਹਦੇ ਘਰ ਦੇ ਇਹ ਨਹੀਂ ਭਾਲ ਦੇਖਦੇ ਹੈ ਕਿ ਡਾਕਟਰ ਭਾਈ ਕਿਹੜੀ ਜਾਤੀ ਦਾ, ਕਿੱਥੇ ਜਾਂਦਾ, ਇਹ ਕਿਹਦੇ ਕੋਲ ਜਾਂਦਾ, ਕੋਈ ਮਤਲਬ ਨਹੀਂ। ਬਸ ਉੱਥੇ ਇਕੱਲਾ ਡਾਕਟਰ ਸਾਹਿਬ ਹੀ ਆ, ਨਹੀਂ ਪਾਲੋ ਹੱਥ ਛੇਤੀ ਇਹਨੂੰ ਕਰੋ ਠੀਕ, ਪੈਸਾ ਜਿੰਨਾ ਮਰਜ਼ੀ ਲੱਗ ਜੇ। ਉੱਥੇ ਜਾਤ ਪਾਤ ਸਭ ਕੁਝ ਨਿਕਲ ਜਾਂਦਾ। ਅਤੇ ਜਿਵੇਂ ਉੱਥੇ ਨਿਕਲਦਾ ਨਾ, ਉੱਥੇ ਨਹੀਂ ਗੱਲ ਕਰਦੇ ਜਾਤਾਂ ਦੀ, ਪਾਤਾਂ ਦੀ, ਉੱਚੇ ਨੀਵੇਂ ਦੀ। ਉਹਦਾ ਹੱਥ ਨਾ ਲੱਗ ਜੇ, ਇਹਦਾ ਨਾ ਹੋ ਜੇ, ਉੱਥੇ ਪਤਾ ਨਹੀਂ ਕਿਹਨੇ ਕਿਹਨੇ ਹੱਥ ਲਾਉਣੇ ਆ। ਬਾਹਰ ਹੀ ਨਹੀਂ ਆਈ, ਨਹੀਂ ਪਤਾ ਅੰਦਰ ਤੱਕ ਹੱਥ ਕਿਹਨੇ ਪਾਉਣੇ ਆ ਤੁਹਾਡੇ ਬੋਡੀ 'ਚ। ਸਤਿਗੁਰੂ ਕਹਿੰਦੇ ਇੱਕ ਮੰਨ ਲਾ, ਇੱਕੋ ਹੀ ਆ, ਉਹਦੀ ਸ਼ਰਨ ਆ ਜਾ। ਜੀ ਉਦਾਹਰਣ ਸਭ ਕੁਲ ਤਾਰਨ ਹਰ ਹਰ ਨਾਮ ਧਿਆਏ। ਇਹਨੂੰ ਧਿਆਉਣਾ ਪੈਣਾ, ਫਿਰ ਉਧਾਰ ਹੋਣਾ ਆਪਣਾ ਤੇ ਸਭ ਦਾ। ਨਾਨਕ ਨਾਮ ਨਿਰੰਜਨ ਗਾਈਐ ਪਾਈਐ ਸਰਬ ਨਿਧਾਨਾ। ਮਹਾਰਾਜ ਕਹਿੰਦੇ ਜਿਹੜਾ ਨਾਮ ਹੈ ਨਾ ਹਰ ਹਰ, ਇਹ ਨਿਰੰਜਨ ਆ। ਅੰਜਨ ਤੋਂ ਰਹਿਤ ਹਸਤੀ ਦਾ ਨਾਮ ਹੈ, ਜਿੱਥੇ ਪ੍ਰਕਾਸ਼ ਹੀ ਪ੍ਰਕਾਸ਼ ਹੈ। ਜਦੋਂ ਅਸੀਂ ਪ੍ਰਕਾਸ਼ ਵਾਲੇ ਪਾਸੇ ਨੂੰ ਤੁਰਦੇ ਹਾਂ ਨਾ, ਤਾਂ ਸਾਨੂੰ ਇੱਕ ਸਰੂਰ, ਇੱਕ ਚੜ੍ਹਦੀ ਕਲਾ, ਇੱਕ ਉਹਦੇ 'ਚੋਂ ਰੌਂ ਸਾਡੇ 'ਚ ਆਉਂਦਾ। ਅਤੇ ਮਹਾਰਾਜ ਕਹਿੰਦੇ ਜਦੋਂ ਉਹ ਨਾਮ ਦੇ ਨਾਲ ਤੁਹਾਡਾ ਸੰਬੰਧ ਜੁੜਦਾ ਨਾ, ਅੰਦਰਲੇ ਦੇ ਨਾਲ ਬਾਹਰਲਾ ਮਿਲਾਪ ਕਰਦਾ ਉਸੇ ਊਰਜਾ ਨਾਲ, ਤਾਂ ਮਹਾਰਾਜ ਕਹਿੰਦੇ ਨਾਨਕ ਨਾਮ ਨਿਰੰਜਨ ਗਾਈਐ ਪਾਈਐ ਸਰਬ ਨਿਧਾਨਾ। ਅੰਦਰੋਂ ਗਾਈ ਦਾ ਉਹਨੂੰ ਬਾਬੇ ਨਾਨਕ ਨੇ ਗਾ ਕੇ ਹੀ ਪਾਇਆ। ਗਾਉਂਦਿਆਂ ਗਾਉਂਦੇ ਹੀ ਉਹਦੀ ਲੈ ਦੇ ਵਿੱਚ ਲੈ ਵੱਜ ਗਈ, ਬਸ ਚੱਲ ਪਿਆ ਕੰਮ। ਨਾਨਕ ਨਾਮ ਨਿਰੰਜਨ ਗਾਈਐ ਪਾਈਐ ਸਰਬ ਨਿਧਾਨਾ। ਉਹ ਜਿਹੜਾ ਸਾਰਿਆਂ ਦਾ ਮਾਲਕ ਆ, ਜਿਹੜਾ ਖਜ਼ਾਨਿਆਂ ਦਾ ਮਾਲਕ ਆ, ਨਿਧਾਨ, ਮਹਾਰਾਜ ਕਹਿੰਦੇ ਉਹਦੇ ਨਾਲ ਇੱਕ ਮਿੱਕਤਾ ਹੋ ਜਾਣੀ ਹੈ। ਕਰ ਕਿਰਪਾ ਜਿਸ ਦੇਹ ਸੁਆਮੀ ਵਿਰਲੇ ਕਾਹੂ ਜਾਣਾ। ਫਿਰ ਇੱਥੇ ਉਹੀ ਸ਼ਰਤ ਆ ਗਈ ਜਿਹੜੀ ਸ਼ੁਰੂ 'ਚ ਦੱਸੀ ਵੀ ਆ ਬਾਬਾ ਜੀ ਨੇ। ਬਾਬੇ ਨਾਨਕ ਦੇ ਘਰ ਗੁਰਪ੍ਰਸਾਦ ਵਾਪਰਦਾ, ਗੁਰੂ ਦੀ ਕਿਰਪਾ, ਗੁਰੂ ਦੀ ਖੁਸ਼ੀ। ਜੇ ਕੋਈ ਗੁਰੂ ਦੀ ਖੁਸ਼ੀ ਬਿਨਾਂ, ਸਾਧੂ ਦੇ ਸੰਗ ਬਿਨਾਂ, ਸੰਤ ਦੇ ਸੰਗ ਬਿਨਾਂ ਕਿਤੇ ਪਹੁੰਚਣਾ ਚਾਹੁੰਦਾ, ਬਸ ਉਹ ਹੰਕਾਰ ਛੱਡ ਕੇ ਸ਼ਰਨ ਆਉਣਾ ਪੈਣਾ। ਐਵੇਂ ਗੱਲ ਬਣਨੀ ਨਹੀਂ ਹੈ। ਕਰ ਕਿਰਪਾ ਜਿਸ ਦੇ ਸੁਆਮੀ, ਫਿਰ ਕਿਰਪਾ ਕਰਦਾ ਜਿਹਨੂੰ ਦਿੰਦਾ, ਫਿਰ ਉਹਨੂੰ ਕਰਦਾ ਕੀ ਹੈ? ਮਹਾਰਾਜ ਕਹਿੰਦੇ ਵਿਰਲੇ ਕਾਹੂ ਜਾਣਾ। ਇੰਨੇ ਲੋਕਾਂ 'ਚੋਂ ਵੀ ਜਿਹੜੀ ਆਪਾਂ ਗੱਲ ਕਰਦੇ ਹਾਂ, ਆਪਾਂ ਵੀ ਕਰਦੇ ਹਾਂ ਜਾਂ ਆਪਣੇ 'ਤੇ ਲਾਗੂ ਕਰ ਲਈਏ, ਕਿਸੇ ਬਿਰਲੇ ਦੀ ਉਹ ਸੂਤਰ ਸਮਝ ਪੈਣਾ ਵੀ ਅਸਲ ਗੱਲ ਕੀ ਹੈ। ਕਿਉਂਕਿ ਗੁਰੂ ਨਾਨਕ ਨੂੰ ਜਦੋਂ ਤੁਸੀਂ ਜਾਣਨਾ ਚਾਹੋਗੇ ਨਾ, ਆਪਦੀ ਸੁਰਤ ਨੂੰ 5-5, 10-10 ਸਾਲ ਦੇ ਸੜੱਪੇ ਲਾਉਂਦੇ ਲਾਉਂਦੇ ਅੱਜ ਤੋਂ 550 ਸਾਲ ਪਿੱਛੇ ਲੈ ਜਾਓ। ਉਦੋਂ ਦਾ ਸਮਾਜ, ਉਦੋਂ ਦੇ ਲੋਕ, ਉਦੋਂ ਦੀ ਗੱਲਬਾਤ ਨੂੰ ਜਾਣਨ ਦੀ ਕੋਸ਼ਿਸ਼ ਕਰੋ। ਗੁਰੂ ਨਾਨਕ ਦੇਵ ਦੇ ਸਾਹਮਣੇ ਸੰਗਤ ਕਿਹੋ ਜਿਹੀ ਸੀ, ਬਾਬਾ ਜੀ ਕਹਿੰਦੇ ਕੀ ਸੀ, ਇੰਨੀ ਛੇਤੀ ਲੋਕ ਮੰਨ ਕਿਵੇਂ ਲੈਂਦੇ ਸੀ। ਫਿਰ ਉਹਨਾਂ ਥਾਵਾਂ 'ਤੇ ਜਾ ਕੇ ਕੀਰਤਨ ਕਰਨਾ, ਮਨਾਉਣਾ, ਜਿੱਥੇ ਸਰਕਾਰੀ ਤੌਰ 'ਤੇ ਮਨ੍ਹਾ ਹੈ ਕਿ ਇੱਥੇ
ਸਾਜ਼ ਨਹੀਂ ਵਜਾਇਆ ਜਾ ਸਕਦਾ, ਇੱਥੇ ਗਾਇਆ ਨਹੀਂ ਜਾ ਸਕਦਾ। ਇਸਲਾਮੀ ਕਾਨੂੰਨ ਸੀ ਉਸ ਵੇਲੇ ਮੱਕੇ ਦਾ, ਤੇ ਬਾਬਾ ਜੀ ਨੇ ਗਾ ਕੇ ਬਾਣੀ ਦਾ ਪ੍ਰਚਾਰ ਕੀਤਾ। ਪ੍ਰਚਾਰ ਕਰਦਿਆਂ ਉੱਥੇ ਇਹੋ ਜਿਹੀ ਕਿਹੜੀ ਕਲਾ ਵਰਤਾਈ ਕਿ ਜਿਹੜੇ ਲੋਕ ਇੱਟਾਂ ਰੋੜੇ ਮਾਰਨ ਆਏ ਸੀ, ਲੜਨ ਆਏ ਸੀ, ਉਹ ਚਰਨੀ ਡਿੱਗ ਪਈ। ਇਹ ਬਿਨਾਂ ਤਾਕਤਾਂ ਤੋਂ, ਬਿਨਾਂ ਨਿਰੰਕਾਰੀ ਇੱਛਾ ਤੋਂ, ਉਹਦੀ ਕਿਰਪਾ ਤੋਂ ਬਿਨਾਂ ਗੱਲਾਂ ਨਹੀਂ ਹੁੰਦੀਆਂ। ਬਾਬਾ ਜੀ ਕਦੇ ਕਿਸੇ ਨੂੰ ਇਹ ਨਹੀਂ ਸੀ ਕਹਿੰਦੇ ਕਿ ਨੀਵਾਂ ਦਿਖਾਉਣ। ਬਾਬਾ ਜੀ ਕਹਿੰਦੇ ਸੀ, ਭਾਈ ਨਿਰੰਕਾਰ ਦਾ ਸਰੂਪ ਹੋ ਤੁਸੀਂ, ਤੁਹਾਡੇ 'ਚ ਵੀ ਕਰਤਾਰ ਹੈ, ਮੇਰੇ 'ਚ ਵੀ ਉਹੀ ਕਰਤਾਰ ਹੈ। ਬੋਲ ਮਰਦਾਨਿਆ ਸਤ ਕਰਤਾਰ, ਸਤ ਕਰਤਾਰ, ਇੱਕੋ ਹੀ ਸੱਤ ਆ ਦੁਨੀਆ 'ਤੇ, ਉਹ ਆ ਕਰਤਾਰ, ਕ੍ਰੀਏਟਰ, ਜਿਹੜਾ ਚਲਾਉਂਦਾ ਸਾਰੇ ਕਾਸੇ ਨੂੰ। ਉਹਦਾ ਨਾਮ ਕੀ ਆ ਬਾਬਾ ਜੀ? ਉਹਦਾ ਨਾਮ ਆ ਭਾਈ ਇੱਕ ਓਂਕਾਰ, ਇੱਕ ਓਂਕਾਰ, ਇੱਕ ਓਂਕਾਰ। ਉਹਦੀ ਜਿਹੜੀ ਧੁਨੀ ਆ, ਜਿਹਦੇ 'ਚੋਂ ਅਸੀਂ ਸਾਰਾ ਸੰਸਾਰ ਪੈਦਾ ਹੁੰਦੇ ਆ, ਉਹ ਸਰਬ ਵਿਆਪਕ ਹੈ, ਸਰਬ ਵਿਆਪਕ। ਕਣ ਕਣ ਦੇ ਵਿੱਚ ਉਹ ਆਪ ਮਾਲਕ ਦਿਸਦਾ, ਕਣ ਕਣ ਦੇ ਵਿੱਚ। ਸਭ ਕੀ ਬੰਦਾ ਕੀ ਚਿੜੀ ਜਨੌਰ, ਕਿਸੇ ਨੂੰ ਨਫ਼ਰਤ ਨਹੀਂ, ਸਭ ਨੂੰ ਪਿਆਰ, ਸਭ ਨੂੰ ਪਿਆਰ। ਬਾਹਰੀ ਤੌਰ 'ਤੇ ਬੰਦਿਆਂ ਨੂੰ, ਇਨਸਾਨੀਅਤ ਨੂੰ ਪਿਆਰ ਤਾਂ ਹੁੰਦਾ ਹੀ ਹੁੰਦਾ। ਇੰਨੀ ਦ੍ਰਿਸ਼ਟੀ ਸਤਿਗੁਰੂ ਖੋਲ੍ਹ ਦਿੰਦੇ ਆ ਕਿ ਜੇ ਕਿਸੇ ਦੇ ਘਰ ਜਾਈਏ, ਕਿਸੇ ਫੋਟੋ ਦੇ ਮੂਹਰੇ ਫੋਟੋ ਪਈ ਹੋਵੇ ਨਾ, ਇੰਨੀ ਇੱਕਮਿਕਤਾ ਹੋ ਜਾਂਦੀ ਹੈ, ਕਈ ਵਾਰੀ ਸਾਹ ਬੰਦ ਹੋਣ ਲੱਗ ਜਾਂਦਾ ਵੀ ਯਾਰ ਉਹ ਫੋਟੋ ਦਾ ਨੱਕ ਘੁੱਟੀ ਦਾ। ਦੇਖਣ ਨੂੰ ਇਹ ਗੱਲਾਂ ਹੱਸਣ ਵਾਲੀਆਂ ਲੱਗਦੀਆਂ, ਸਾਡੇ ਨਾਲ ਹੁੰਦਾ ਰਿਹਾ। ਦੇਖਣ ਨੂੰ ਇਹ ਲੱਗਦਾ ਵੀ ਬੰਦੇ ਦੇ ਕੋਈ ਬੋਝ ਪੈ ਗਿਆ, ਵੀ ਯਾਰ ਪਈ ਫੋਟੋ ਆ, ਕਾਗਜ਼ ਦੀ ਫੋਟੋ ਆ, ਉਹਦੇ ਮੂਹਰੇ ਕੋਈ ਹੋਰ ਫੋਟੋ ਰੱਖੀ ਆ, ਸਾਹ ਬੰਦ ਕਿਵੇਂ ਹੋ ਜੂ? ਉਹ ਕਿਵੇਂ ਦਿਖਾਵੇ ਕਿ ਕੰਧਾਂ ਵੀ ਸਾਹ ਲੈਂਦੀਆਂ ਦੀਂਦੀਆਂ? ਕਿਵੇਂ ਦੱਸੇ ਉਹ ਕਿਸੇ ਦੀ ਉਂਗਲ ਫੜ ਕੇ ਕਿਵੇਂ ਸਮਝਾ ਦੇ ਕਿ ਤੁਸੀਂ ਵੀ ਹੱਡ ਮਾਸ ਦੇ ਪੁਤਲੇ ਨਹੀਂ ਲੱਗਦੇ, ਇੱਕ ਊਰਜਾ ਦੇ ਬਵੰਡਰੀ ਲੱਗਦੇ ਹੋ, ਜਿਵੇਂ ਸਿਤਾਰੇ ਜੋੜਦੇ ਹੁੰਦੇ ਨਿੱਕੇ 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 ਨਿੱਕੇ, ਹੱਡੀਆਂ ਵੀ ਤੁਹਾਡੀਆਂ ਇਹ ਦੀਂਦੀਆਂ। ਕੀ ਕਰੇ, ਉਹਦਾ ਹੋਣਾ ਹੀ ਆ ਸਾਹ ਬੰਦ। ਜਿੰਨਾ ਸਤਿਗੁਰੂ ਅੱਗੇ ਲਈ ਜਾਂਦੇ ਆ, ਇੰਨੀ ਬਰੀਕੀ ਦਿਖਾਉਂਦੇ ਜਾਂਦੇ ਆ, ਜਿਨ੍ਹਾਂ ਨੂੰ ਸੁੰਨ ਸਮਾਧੀਆਂ ਕਿਹਾ, ਬੜਾ ਹੀ ਕੁਛ ਆ। ਅਸੀਂ ਤਾਂ ਬਹੁਤ ਉਰਾਂ ਹੀ ਇੰਨੀ ਜ਼ਿੰਦਗੀ ਗਾਲ ਦਿੰਦੇ ਆ ਕਿ ਜਪੀਏ ਕੀ? ਲੈ ਦੱਸ, ਗੁਰੂ ਗ੍ਰੰਥ ਸਾਹਿਬ ਦੇ ਵਿੱਚ ਨਾਵਾਂ ਨਾਲ ਭਰਿਆ ਪਿਆ ਗੁਰੂ ਗ੍ਰੰਥ ਸਾਹਿਬ। ਜਿਹਨੇ ਤਾਂ ਸਤਿਗੁਰਾਂ ਦੀ ਸ਼ਰਨ ਆ ਕੇ ਚਰਨ ਪਹੁਲ ਲੈ ਲਈ, ਉਹਨੂੰ ਵੀ ਪਤਾ ਮੈਂ ਕੀ ਜਪਣਾ, ਕਿਉਂਕਿ ਚਰਨ ਪਹੁਲ ਦੇਣ ਵੇਲੇ ਗੁਰੂ ਨਾਮਦਾਨ ਦੇਣ ਵੇਲੇ ਨਿਮੰਤਰ ਦਿੰਦਾ। ਹਰ ਮੰਤਰ ਉਸੇ ਦਾ ਹੀ ਆ, ਉਹ ਤੋਂ ਬਿਨਾਂ ਹੈ ਹੀ ਕੋਈ ਨਹੀਂ। ਤੇ ਜਿਹੜੇ ਮੇਰੇ ਵੀਰਾਂ ਨੇ, ਭੈਣਾਂ ਨੇ, ਭਰਾਵਾਂ ਨੇ ਖੰਡੇ ਦੀ ਪਹੁਲ ਲਈ ਹੋਈ ਆ, ਪੰਜ ਪਿਆਰਿਆਂ ਤੋਂ ਖੰਡੇ ਦੀ ਪਹੁਲ ਲਈ ਆ, ਉਦੋਂ ਇਹ ਅਧਿਕਾਰ ਪੰਜ ਪਿਆਰਿਆਂ ਕੋਲ ਆ। ਤਾਂ ਹੀ ਅਸੀਂ ਇਹ ਆਪ ਸਿੱਧਾ ਕਿਸੇ ਨੂੰ ਕਹਿੰਦੇ ਨਹੀਂ ਹਾਂ ਬਹੁਤਾ। ਇਹ ਅਧਿਕਾਰ ਪੰਥ ਦੇ ਵਿੱਚ ਸਤਿਗੁਰਾਂ ਨੇ ਪੰਜ ਪਿਆਰਿਆਂ ਨੂੰ ਦਿੱਤਾ ਹੋਇਆ ਕਿ ਜਿਹੜਾ ਵਾਹਿਗੁਰੂ ਗੁਰਮੰਤਰ ਆ, ਇਹ ਪੰਜ ਪਿਆਰੇ ਦਿੰਦੇ ਆ। ਤੇ ਜਿਨ੍ਹਾਂ ਨੂੰ ਪੰਜ ਪਿਆਰਿਆਂ ਤੋਂ ਵਾਹਿਗੁਰੂ ਗੁਰਮੰਤਰ ਮਿਲਿਆ ਵਾ, ਪਹਿਲਾਂ ਤਾਂ ਇਹ ਗੁਰਮੰਤਰ ਨੂੰ ਕਰਨਾ ਸ਼ੁਰੂ ਕਰੋ। ਕੁਛ ਮਾਲਾ ਇਹਦੀਆਂ ਕਰੋ, ਕੁਛ ਟਾਈਮ ਚੁੱਪ ਬੈਠੋ। ਫਿਰ ਗੁਰਬਾਣੀ ਦੇ ਵਿੱਚੋਂ ਜਦੋਂ ਤੁਹਾਡੀ ਇੱਕਮਿਕਤਾ ਹੋਣੀ ਹੈ, ਉਹ ਗੁਰੂ ਨੇ ਦੇਖਣਾ ਕਿ ਇਹਨੇ ਗੁਰਮੰਤਰ ਦੀ ਸੇਵਾ ਪੂਰੀ ਕਰਤੀ, ਇੱਕ ਜਿਹੜੀ ਸ਼ਰਤ ਸੀ ਸਤਿਗੁਰਾਂ ਦੀ ਪੂਰੀ ਹੋ ਗਈ। ਮੁੜ ਕੇ ਦੇਖਣਾ ਤੁਹਾਡੇ ਬਾਅਦ ਘਾਟ ਕਿੱਥੇ ਆ। ਤੁਹਾਨੂੰ ਜਿੱਥੇ ਕੋਈ ਅੰਦਰ ਕਿਸੇ ਸੈਂਟਰ ਦੇ ਵਿੱਚ ਬਲੌਕ ਜਾਂ ਤੁਹਾਨੂੰ ਕਿੱਥੇ ਪਹੁੰਚਾਉਣਾ, ਤੁਹਾਡੀਆਂ ਸੋਚਾਂ ਕੀ ਆ, ਗੁਰੂ ਨੂੰ ਸਭ ਪਤਾ। ਤੁਹਾਨੂੰ ਬਾਣੀ 'ਚ ਉਹੋ ਜਿਹੀ ਪੰਗਤੀ ਪਿਆਰੀ ਲੱਗਣ ਲਾ ਦੇਣੀ ਹੈ, ਉਹ ਅਕਸ਼ਰ ਪਿਆਰੇ ਲੱਗਣ ਲਾ ਦੇਣੇ ਆ, ਉਹ ਬੀਜ ਮੰਤਰ ਤੁਹਾਨੂੰ ਵਾਰੀ ਵਾਰੀ ਦਿਸਣਗੇ ਅੱਖਾਂ ਬੰਦ ਕਰੀਆਂ ਤੋਂ ਵੀ। ਸੁਪਨਿਆਂ ਦੇ ਵਿੱਚ ਵੀ ਬੋਲਦੇ ਫਿਰੋਗੇ, ਪਤਾ ਲੱਗ ਜੂ ਵੀ ਆਹ ਮੇਰਾ ਆਪਣਾ ਪਰਸਨਲ ਮੰਤਰ ਹੈ ਜਿਹੜਾ ਮੈਨੂੰ ਪਹੁੰਚਾ ਸਕਦਾ। ਤੇ ਜਿਨ੍ਹਾਂ ਨੇ ਖੰਡੇ ਦੀ ਪਹੁਲ ਨਹੀਂ ਲਈ, ਉਹਨਾਂ ਲਈ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਸਾਰਿਆਂ ਲਈ ਬਰਾਬਰ ਆ। ਉਹ ਮਰਜ਼ੀ ਨਾਲ ਜਿਹੜਾ ਮਰਜ਼ੀ ਜਪ ਸਕਦੇ ਆ, ਕਿਉਂਕਿ ਮਹਾਰਾਜ ਕਹਿੰਦੇ ਖੱਤਰੀ ਬ੍ਰਾਹਮਣ ਸੂਦ ਵੈਸ ਉਪਦੇਸ਼ ਚੌਂ ਵਰਨਾ ਕੋ ਸਾਂਝਾ। ਸਾਡਾ ਉਪਦੇਸ਼ ਤਾਂ ਭਾਈ ਸਾਰਿਆਂ ਲਈ ਆ, ਕਿਸੇ ਕੋਈ ਦੇਸ਼ ਦਾ, ਕਿਸੇ ਕੌਮ ਦਾ, ਕੋਈ ਵੀ ਆ। ਇੱਕ ਸਮਾਜ 'ਚ ਚੱਲਿਆ ਸੀ ਨਾ ਸਿਸਟਮ, ਹੁਣ ਵੀ ਹੈਗਾ ਬਥੇਰੇ ਥਾਈਂ, ਕਿ ਫਲਾਨਾ ਤਾਂ ਨੀਚ ਆ, ਉਹਨੂੰ ਨਹੀਂ ਬੁਲਾਉਣਾ, ਉਹਦੀ ਪਰਸਾਈ ਨਾ ਪੈ ਜੇ, ਉਹਦਾ ਹੱਥ ਨਾ ਲੱਗ ਜੇ, ਭਿੱਟੇ ਨਾ ਜਾਈਏ।
ਉਹਨਾਂ ਟਾਈਮਾਂ ਦੇ ਵਿੱਚ ਇੱਕ ਨੇ ਵਿਚਾਰੇ ਨੇ ਖਾਣਾ ਕੀਤਾ, ਪ੍ਰਸ਼ਾਦਾ ਛਕਾਉਣ ਦਾ ਉਦਮ ਕੀਤਾ ਸਾਧੂਆਂ ਨੂੰ, ਸੰਤਾਂ ਨੂੰ। ਬਾਬਾ ਜੀ ਉਹ ਸ਼ਹਿਰ ਗਏ ਵੇ, ਇਹਨਾਂ ਨੂੰ ਵੀ ਸੱਦਾ ਦਿੱਤਾ, ਮਰਦਾਨਾ ਬਾਲਾ ਸਾਰੇ। ਜਦੋਂ ਗਏ ਅੱਗੇ ਉਹਨਾਂ ਦੇ ਕਿਸੇ ਬੱਚੇ ਦੀ ਮ੍ਰਿਤੂ ਹੋ ਗਈ। ਉਹ ਸਾਰਾ ਖਾਣਾ ਪਾਣਾ ਛੱਡ ਕੇ ਜਿਹੜੇ ਲੋਕ ਆਏ ਸੀ, ਉਦੋਂ ਦਾ ਜਿਵੇਂ ਰਿਵਾਜ ਸੀ ਭਾਈ, ਪ੍ਰਚਾਰ ਉਹੋ ਜਿਹਾ ਸੀ, ਕਹਿੰਦੇ ਬਈ ਸੂਤਕ ਪੈ ਗਈ ਇੱਥੇ ਤਾਂ ਇਹਨਾਂ ਦੇ ਘਰ ਦਾ ਨਹੀਂ ਖਾਣਾ। ਬੜਾ ਵਿਚਾਰੇ ਉਹ ਕਹਿਣ ਜੀ ਆਹ ਕੀ ਕਰਤਾ ਤੁਸੀਂ, ਸਗੋਂ ਸਾਡਾ ਜਿਹੜਾ ਹੋ ਗਿਆ ਉਹ ਤਾਂ ਹੋ ਗਿਆ, ਆਹ ਤਾਂ ਨੁਕਸਾਨ ਨਾ ਕਰੋ, ਅਸੀਂ ਲੰਗਰ ਭੰਡਾਰਾ ਹੁਣ ਇਹਦਾ ਕੀ ਕਰੀਏ। ਬਾਬਾ ਜੀ ਗਏ ਉੱਥੇ, ਨਾਲ ਤਾਂ ਜਿਹੜੇ ਸੂਤਕ ਵਾਲੇ ਸ਼ਬਦ ਆ ਉਹ ਉਚਾਰੇ। ਕਿਹੜੀ ਗੱਲ ਦੀ ਸੂਤਕ ਮੰਨਦੇ ਹੋ ਵੀ? ਪਹਿਲੀ ਗੱਲ ਤਾਂ ਬਾਬਾ ਜੀ ਕਹਿੰਦੇ ਪਾਣੀ 'ਚ ਹੀ ਕਿੰਨੇ ਜੀਵ ਆ ਜਿਹੜੇ ਮਲ ਮੂਤਰ ਕਰਦੇ ਆ, ਜਿਹੜਾ ਅਸੀਂ ਪੀਂਦੇ ਹਾਂ। ਪਹਿਲਾ ਪਾਣੀ ਜੀਵ ਹੈ, ਜਿੱਤ ਹਰਿਆ ਸਭ ਕੋਈ। ਪਾਣੀ 'ਚ ਕਿੰਨੇ ਜੀਵ ਮਰਦੇ ਆ ਜਿਹੜੇ ਅਸੀਂ ਪੀਂਦੇ ਹਾਂ। ਫਿਰ ਅਗਨੀ ਜਦੋਂ ਅਸੀਂ ਲੱਕੜ ਬਾਲਦੇ ਹਾਂ ਉਹਦੇ 'ਚ ਪਤਾ ਨਹੀਂ ਕਿੰਨੇ ਕੁ ਜੀਵ ਮੱਚ ਜਾਂਦੇ ਆ ਚੁੱਲ੍ਹੇ 'ਚ। ਮਹਾਰਾਜ ਕਹਿੰਦੇ ਇਹ ਹੱਤਿਆ ਹੁੱਤਿਆ ਨਹੀਂ ਹੈ, ਇਹ ਤਾਂ ਇੱਕ ਵਿਧਾਨ ਆ ਕੁਦਰਤ ਦਾ, ਜੀਆਂ ਕਾ ਆਹਾਰ ਜੀ, ਇਹ ਤਾਂ ਚੱਲਦਾ ਰਹਿਣਾ, ਇਹਦੇ ਨਾਲ ਸੂਤਕਾਂ ਪਾਤਕਾਂ ਨਹੀਂ ਆਉਂਦੀਆਂ। ਬਾਬਾ ਜੀ ਬਹਿ ਗਏ ਜਾ ਕੇ, ਕਹਿੰਦੇ ਵੀ ਲਿਆਓ। ਜਦੋਂ ਇੱਕ ਮੌਕੇ ਦਾ ਸਤਿਗੁਰੂ ਅਗਵਾਈ ਕਰਕੇ ਬਹਿੰਦਾ ਤੇ ਲੋਕ ਅਗਵਾਈ ਭਾਲਦੇ ਹੁੰਦੇ ਆ, ਹੋਰ ਗੱਲ ਕੁਛ ਨਹੀਂ। ਤੁਸੀਂ ਕਿਤੇ ਵੀ ਦੇਖ ਲਓ, ਕੋਈ ਗੱਲ ਹੋਈ ਜਾਂਦੀ ਹੋਵੇ, ਸਾਰੇ ਐਂ ਖੜੇ ਰਹਿਣਗੇ, ਕੋਈ ਅੱਗੇ ਨਹੀਂ ਭੱਜਦਾ, ਕੋਈ ਕਿਸੇ ਨੂੰ ਛੁਡਾਉਂਦਾ ਨਹੀਂ, ਕੋਈ ਲੜੀ ਜਾਂਦਾ ਹੋਵੇ। ਉਹਨਾਂ ਦੇ ਵਿੱਚੋਂ ਇੱਕ ਕੋਈ ਬੰਦਾ, ਇੱਕ ਬੁੜੀ ਲਲਕਰਾ ਮਾਰ ਕੇ ਮੂਹਰੇ ਆ ਜਾ, ਆਓ ਇਹਨੂੰ ਐਂ ਕਰਦੇ ਆ, ਬਸ ਉਹਦੀ ਦੇਰ ਆ ਕਹਿਣ ਦੀ। ਉਸ ਤੋਂ ਬਾਅਦ ਫਿਰ ਆਪਣੀ ਕੌਮ, ਕਾਫੀ ਵੱਡਾ ਕੰਮ ਆ ਪੰਜਾਬੀਆਂ ਦਾ, ਫਿਰ ਧੂੜਾਂ ਪੱਟ ਦਿੰਦੇ ਆ। ਇਹੀ ਕਾਰਨ ਹੈ ਕਿ ਅਗਵਾਈ ਚਾਹੀਦੀ ਹੈ। ਅਤੇ ਸਤਿਗੁਰੂ ਕਹਿੰਦੇ ਵੀ ਇਹ ਚੀਜ਼ ਨਹੀਂ ਹੁੰਦੀ। ਉੱਥੇ ਗਾਇਆ ਫਿਰ ਉਹ ਸ਼ਬਦ, ਸੂਤਕ ਬਾਰੇ ਵੀ ਦੱਸਿਆ, ਪਾਤਕ ਬਾਰੇ ਵੀ ਦੱਸਿਆ, ਆਪਦੀ ਜ਼ਿੰਦਗੀ ਦੀ ਰਹਿਤ ਮਰਜ਼ਾਦਾ ਬਾਰੇ ਵੀ ਦੱਸਿਆ ਕਿ ਰਹਿਣੀ ਕੀ ਹੋਣੀ ਚਾਹੀਦੀ ਹੈ ਸਾਧੂ ਦੀ, ਬਹਿਣੀ ਕਿਹੋ ਜਿਹੀ ਚਾਹੀਦੀ ਹੈ, ਕਹਿਣੀ ਬੋਲ ਕਿਹੋ ਜਿਹੀ ਚਾਹੀਦੀ ਹੈ। ਅਤੇ ਮੂਹਰੋਂ ਸੰਗਤਾਂ ਕੋਲ, ਲੋਕਾਂ ਕੋਲ ਵੀ ਅਧਿਕਾਰ ਆ ਸਾਧੂ ਨੂੰ ਕੁਛ ਨਾ ਕੁਛ ਕਹਿਣ ਦਾ, ਸਿੱਖਿਆ ਦੇਣ ਦਾ, ਕੋਈ ਗੱਲ ਰਾਏ ਦੇਣ ਦਾ। ਤਾਂ ਮਹਾਰਾਜ ਕਹਿੰਦੇ ਸਹਿਣੀ ਵੀ ਹੋਣੀ ਚਾਹੀਦੀ ਹੈ। ਸਾਧੂ ਸਹੇ ਵੀ, ਜੇ ਕਹਿਣ ਜਾਣਦਾ ਸਾਧੂ, ਉਪਦੇਸ਼ ਦੇਣ ਜਾਣਦਾ, ਉਪਦੇਸ਼ ਲੈਣਾ ਵੀ ਪੈ ਜਾਂਦਾ। ਕਈ ਵਾਰੀ ਇੱਕ ਬੱਚਾ ਹੀ ਉਪਦੇਸ਼ ਦੇ ਜਾਂਦਾ ਕਿਸੇ ਗੱਲ 'ਤੇ। ਇਸ ਕਰਕੇ ਸਤਿਗੁਰਾਂ ਨੇ ਬੜੀਆਂ ਆਪਣੇ 'ਤੇ ਕਿਰਪਾ ਕੀਤੀਆਂ ਹੋਈਆਂ। ਅਤੇ ਮਹਾਰਾਜ ਕਹਿੰਦੇ ਨਾਨਕ ਨਾਮ ਨਿਰੰਜਨ ਗਾਈਐ, ਪਾਈਐ ਸਰਬ ਨਿਧਾਨਾ। ਉਹ ਸਾਰਿਆਂ ਦਾ ਜਿਹੜਾ ਨਿਧਾਨ ਆ ਉਹਦੇ ਨਾਲ ਮਿਲਾਪ ਕਰ, ਕਿਰਪਾ ਜਿਸ ਦੇ ਸੁਆਮੀ। ਕਿਰਪਾ ਹੋਣੀ ਕਰਨੀ ਹੈ ਕਰਤੇ ਪੁਰਖ ਨੇ, ਵਿਰਲੇ ਕਾਹੂ ਜਾਣਾ। ਕਿਸੇ ਵਿਰਲੇ ਨੂੰ ਹੀ ਉਹ ਸਮਝ ਆਉਂਦੀ ਆ, ਉਹ ਸੂਤਰ ਸਮਝ ਆਉਂਦਾ ਵੀ ਗੱਲ ਅਸਲ 'ਚ ਕੀ ਹੈ। ਬਹੁਤ ਸਾਰੀ ਜ਼ਿੰਦਗੀ 'ਚ ਇਹੀ ਨਹੀਂ ਪਤਾ ਲੱਗਦਾ ਵੀ ਅਸੀਂ ਸਾਂਭਣਾ ਕੀ ਹੈ, ਜਿਹਨੂੰ ਗੁਰਬਾਣੀ ਹੋਸ਼ 'ਚ ਲਿਆਉਣ ਨੂੰ ਕਹਿੰਦੀ ਆ। ਥਾਂ ਥਾਂ ਸ਼ਬਦ ਨੇ ਇਹੋ ਜਿਹੇ, ਮਨ ਨੂੰ ਅੰਦਰ ਲਿਜਾਣ ਦੇ ਕਿ ਸਭ ਕੁਛ ਘਰੇ ਹੈ, ਤੂੰ ਨੇੜੇ ਆ ਜਾ, ਪਰਦੇਸੀਆ ਮਨਾ ਹੋਏ ਤੂੰ ਘਰੇ ਚੱਲ, ਤੂੰ ਸੁਹਾਗਣ ਹੋ ਜਾ, ਤੂੰ ਆ ਸਹੇਲੀਏ ਸਤਸੰਗ ਕਰੀਏ। ਕੀ ਆ ਇਹ ਜਿਹੜੀ ਉਹ ਸਹਿਜ ਦੀ ਅਵਸਥਾ, ਜਿਹੜੀ ਆਤਮਿਕ ਅਡੋਲਤਾ ਨਾ, ਜਿੰਨਾ ਚਿਰ ਬਣਦੀ ਨਹੀਂ, ਜਿੰਨਾ ਚਿਰ ਉਹਦਾ ਆਨੰਦ ਮਾਣਦੇ ਨਹੀਂ, ਉਨਾ ਚਿਰ ਬਾਲਾ ਹੀ ਔਖਾ ਦੂਜੇ ਨੂੰ ਸਮਝਾਉਣਾ। ਇਹ ਐਂ ਜੀ ਗੱਲ ਆ, ਬਸ ਜਿਵੇਂ ਤੁਸੀਂ ਕਿਤੇ ਆਪਾਂ ਗਏ ਆ, ਆਪਾਂ ਗੰਨੇ ਦਾ ਗੁੜ ਬਣਦਾ ਦੇਖਿਆ, ਕਿਸੇ ਘਲਾੜੀ 'ਤੇ ਗਏ, ਗੁੜ ਖਾਧਾ, ਆਪਾਂ ਨੂੰ ਸਵਾਦ ਲੱਗਿਆ। ਹੁਣ ਆਪਾਂ ਇਹੋ ਜਿਹੇ ਲੋਕਾਂ ਕੋਲ ਚਲੇ ਜਾਗੇ ਜਿਨ੍ਹਾਂ ਨੂੰ ਗੁੜ ਅੱਖਰ ਦਾ ਵੀ ਨਹੀਂ ਪਤਾ, ਗੁੜ ਮੀਨਜ਼ ਕੀ ਗੁੜ, ਅਤੇ ਨਾ ਉਹਨਾਂ ਨੇ ਖਾਧਾ, ਅਤੇ ਨਾ ਉਹਨਾਂ ਨੂੰ ਮਿਠਾਸ ਨਾਲ ਕੋਈ ਮਤਲਬ ਆ, ਉਹਨਾਂ ਨੂੰ ਪਤਾ ਹੀ ਨਹੀਂ। ਹੁਣ ਦੱਸੋ ਉਹਨਾਂ ਨੂੰ ਕਿਵੇਂ ਸਮਝਾਵਾਂਗੇ? ਕਹੀ ਚੱਲ ਜੀ, ਕੀ ਕਹਿਣਾ ਤੂੰ, ਕਹੀ ਚੱਲ ਜਿੰਨਾ ਮਰਜ਼ੀ ਲਈ ਫਿਰ ਸੁਰਤ ਨੂੰ, ਉਹਨਾਂ ਨੂੰ ਦੱਸੀ ਚੱਲ ਵੀ ਐਂ ਬਾਹਣ ਹੁੰਦੇ ਆ, ਐਂ ਬਾਹੀ ਦਾ ਸੁਹਾਗੇ ਲਾਈਦੇ ਆ, ਫਿਰ ਉਹ ਬੀਜੀ ਦਾ ਇੱਕ ਖੜਾ ਹੋ ਜਾਂਦਾ, ਉਹਨੂੰ ਐਂ ਲਿਆਈ ਦਾ ਖੁਸ਼ੀ ਕਰੀ ਚੱਲੋ। ਉਹ ਕਹਿਣਗੇ ਵੀ ਕੀ, ਕਾਹਦੇ ਲਈ ਫਿਰ ਇੰਨਾ ਕੁਛ ਕਿਉਂ ਕਰਦੇ ਹੋ? ਪਰ ਦੂਜੇ ਪਾਸੇ ਜਿਹਨੇ ਖੁਦ ਖਾਧਾ, ਉਹ ਨਿੱਘਾ ਨਿਕਲਦਾ, ਜਿਹਨੇ ਆਨੰਦ ਮਾਣਿਆ ਵਾ, ਉਹ ਅੱਖਾਂ ਚੱਖਾਂ ਪਾ ਕੇ ਹੱਸ ਪੂਰ ਵੀ ਹਾਂ ਠੀਕ ਹੈ। ਇਹੀ ਗੱਲ ਆ, ਇਹੀ ਕਾਰਨ ਹੈ ਕਿ ਜਿਹੜਾ ਬਖਸ਼ਿਆ ਵਾ ਨਾ, ਜਿਹਨੇ ਅਨੁਭਵ ਕੀਤਾ ਵਾ, ਉਹ ਫਿਰ ਉਹ ਗੱਲ ਨੂੰ ਜਾਣ ਜਾਂਦਾ। ਅਤੇ ਉਹ ਬਿਰਲੇ ਹੀ ਹੁੰਦੇ ਆ, ਬਹੁਤ ਬਿਰਲੇ। ਪਰ ਸਤਿਗੁਰਾਂ ਦੀ ਇਹ ਰਹਿਮਤ ਆ, ਅੱਗੇ ਤਾਂ ਬਹੁਤ ਔਖਾ ਸੀ। ਕਦੇ ਕਦੇ ਕੋਈ ਟੱਕਰਦਾ ਹੁੰਦਾ ਜ਼ਿੰਦਗੀ 'ਚ, ਹੈ ਨਾ, ਆਪਦੇ ਵਰਗਾ ਜਿਹੜਾ ਆਪ ਨੂੰ ਚੰਗਾ ਲੱਗਦਾ, ਜਿਹਦੇ ਕੋਲ ਜੀਅ ਕਰਦਾ ਬੈਠੇ ਹੀ ਰਹੀਏ, ਜਿਹਦੀਆਂ ਗੱਲਾਂ ਐਂ ਜੀਅ ਕਰਦਾ ਵੀ ਸੁਣੀ ਜਾਈਏ। ਪਰ ਕਦੇ ਮੌਕਾ ਕਦੇ ਲੱਗਦਾ ਸੀ। ਪਰ ਹੁਣ ਦਾ ਯੁੱਗ ਇੰਨਾ ਵਧੀਆ
ਕਿ ਆ YouTube ਆ ਜਿਹੜੀ ਜਾਂ ਹੋਰ ਬੜੇ ਇਸ ਤਰ੍ਹਾਂ ਦੇ ਪਲੇਟਫਾਰਮ ਹੈਗੇ ਆ, ਉਹਨਾਂ 'ਤੇ ਲੱਖਾਂ ਕੋਹਾਂ 'ਤੇ ਬੈਠੇ ਲੋਕ ਇੱਕ ਦੂਜੇ ਨੂੰ ਜਾਣਨ ਲੱਗ ਜਾਂਦੇ ਆ, ਇੱਕ ਦੂਜੇ ਨੂੰ ਪਛਾਣਨ ਲੱਗ ਜਾਂਦੇ ਆ। ਉਹਨਾਂ ਨੂੰ ਇਹ ਲੱਗਦਾ ਕਿ ਆਹ ਗੱਲਾਂ ਤਾਂ ਮੈਂ ਵੀ ਸੋਚਦਾ ਹੁੰਦਾ, ਆਹ ਤਾਂ ਮੈਂ ਵੀ ਬੋਲਦਾ ਹੁੰਦਾ, ਜਾਂ ਮੈਂ ਕਹਿਣਾ ਹੁੰਦਾ, ਜਾਂ ਮੈਂ ਮਹਿਸੂਸ ਕਰਦਾ। ਉਹ ਫਿਰ ਜਿਹੜੇ ਇਸ ਤਰ੍ਹਾਂ ਦੇ ਹੁੰਦੇ ਉਹ ਸਾਰੇ ਇੱਕ ਗਰੁੱਪ ਬਣਦਾ ਜਾਂਦਾ, ਹੌਲੀ ਹੌਲੀ ਸਤਸੰਗੀ ਇਕੱਠੇ ਹੁੰਦੇ ਜਾਂਦੇ ਆ। ਜਿਵੇਂ ਜਿਵੇਂ ਸੰਗਤ ਅੱਗੇ ਵੱਧਦੀ ਉਵੇਂ ਉਵੇਂ ਬਸ ਇਹ ਇੱਕ ਮਾਨਵ ਸੇਵਾ, ਜਾਣੀ ਤੁਸੀਂ ਕਿੰਨੇ ਕੁ ਲੋਕਾਂ ਨੂੰ ਇਹ ਸਾਰੇ ਸਿਸਟਮ ਦੀ ਜਿਹੜਾ ਨੇਰ ਗਵਾਰ ਹੈ ਉਹਦੇ 'ਚੋਂ ਕੱਢ ਕੇ ਉਹਦੀ ਸੁਰਤ ਨੂੰ ਸਵਸਥ ਕਰਦੇ ਹੋ, ਚੜ੍ਹਦੀ ਕਲਾ 'ਚ ਲਿਆਉਂਦੇ ਹੋ, ਉਹਦਾ ਆਕਾਸ਼ ਤੱਤ ਵੱਧਦਾ, ਉਹਨੂੰ ਧਿਆਨ ਨਾਲ ਜੋੜ ਕੇ ਗੁਰੂ ਦੇ ਚਰਨਾਂ ਦਾ ਧਿਆਨ ਦੇ ਕੇ ਤੁਸੀਂ ਦੇ ਅੰਦਰੋਂ ਕਿੰਨੀ ਕੁ ਕਾਲਖ ਚੱਕਤੀ, ਕਿੰਨੇ ਵਹਿਮ ਭਰਮ, ਕਿੰਨਾ ਕੁਛ। ਜਿਹੜੀ ਅਸਲੀਅਤ ਆ, ਜਿਹੜੀ ਅਸਲੀ ਤੌਰ 'ਤੇ ਹੈਗੀ, ਜਿਵੇਂ ਆਪਣੇ ਘਰੇ ਬਿਜਲੀ ਜਾਂਦੀ ਹੈ, ਬਿਜਲੀ ਦੇਖੋ ਬਹੁਤ ਕਾਰਜ ਕਰਦੀ ਹੈ, ਪਰ ਜੇ ਇਹਦੇ ਨੰਗੀ ਤਾਰ 'ਤੇ ਹੱਥ ਲੱਗ ਜੇ ਹਾਦਸਾ ਵੀ ਹੋ ਸਕਦਾ। ਹੁਣ ਜੇ ਕੋਈ ਜਾਣਕਾਰ ਬੰਦਾ ਖੜਾ, ਉਹਨੂੰ ਪਤਾ ਲੱਗਦਾ ਕਿਸੇ ਦੇ ਘਰੇ ਕਿ ਬਿਜਲੀ ਦੇ ਜੋੜ ਨੰਗੇ ਆ, ਬੱਚੇ ਖੇਡਦੇ ਫਿਰਦੇ ਆ, ਉਹ ਕਹੇ ਭਾਈ ਬੱਚਿਆਂ ਨਾਲ ਹਾਦਸਾ ਹੋ ਸਕਦਾ, ਇਹਨਾਂ 'ਤੇ ਟੇਪ ਬਲੇਡ ਦਿਓ। ਉਹਨੂੰ ਪਤਾ ਹੈ ਗੱਲ ਦਾ ਕਿ ਬਿਜਲੀ ਬਹੁਤ ਖਤਰਨਾਕ ਆ, ਪਤਾ ਤਾਂ ਦੂਜਿਆਂ ਨੂੰ ਵੀ ਹੁੰਦਾ, ਚਲੋ ਅਣਜਾਣ ਹੋਣਗੇ ਜਿਹੜੇ ਜੋੜ ਨੰਗੇ ਰੱਖੀ ਬੈਠੇ ਹੁੰਦੇ ਆ। ਉੱਥੇ ਜੇ ਮੂਹਰਲਾ ਬੰਦਾ ਕਹੇ ਵੀ ਅਸੀਂ ਤਾਂ ਇਹੋ ਜਿਹੇ ਵਹਿਮਾਂ ਭਰਮਾਂ ਨੂੰ ਮੰਨਦੇ ਨਹੀਂ ਹਾਂ, ਇਹ ਵਹਿਮ ਐਵੇਂ ਇਹਨਾਂ ਚੀਜ਼ਾਂ ਵਿੱਚ ਕੀ ਪਿਆ, ਅਸੀਂ ਨਹੀਂ ਇਹੋ ਜਿਹਾ ਟੂਣਾ ਠੰਬੜ ਜਿਹਾ ਕਰਦੇ, ਅਸੀਂ ਨਹੀਂ ਬਲੇਡਦੇ ਇਹਦੇ 'ਤੇ ਕੁਛ। ਫਿਰ ਤੁਸੀਂ ਜਾਣ ਸਕਦੇ ਹੋ ਉਹਦੇ ਨਾਲ ਹੁੰਦਾ ਕੀ ਹੈ। ਫਿਰ ਹੁੰਦੇ ਆ ਹਾਦਸੇ, ਫਿਰ ਲੋਕ ਭੋਗਦੇ ਆ, ਬੜੇ ਔਖੇ ਹੁੰਦੇ ਆ। ਇਸੇ ਤਰ੍ਹਾਂ ਕੁਛ ਗੱਲਾਂ ਐਸੀਆਂ ਹੁੰਦੀਆਂ ਜਿਹੜੀਆਂ ਸਾਧੂ ਨੂੰ ਦਿਖਦੀਆਂ। ਅਧਿਆਤਮ ਦੇ ਵਿੱਚ ਇਸੇ ਕਰਕੇ ਕਿਹਾ ਜਾਂਦਾ ਭਾਈ ਜਾਂ ਤਾਂ ਜਾਓ ਨਾ, ਜੇ ਕਿਤੇ ਜਾਂਦੇ ਹੋ ਤਾਂ ਸੱਤ ਵਚਨ ਦੇ ਅਧਿਕਾਰੀ ਹੋ ਜਾਓ। ਸੱਤ ਵਚਨ ਕਹਿ ਕੇ ਉਹ ਚੀਜ਼ ਨੂੰ ਕਰਨ ਦੀ ਕੋਸ਼ਿਸ਼ ਕਰੋ, ਕਿਉਂਕਿ ਹਰ ਬੰਦੇ ਦਾ ਸੁਭਾਅ ਇਹ ਨਹੀਂ ਹੁੰਦਾ ਕਿ ਤੁਹਾਨੂੰ ਦਲੀਲਾਂ ਦੇ ਸਮਝਾਵੇ ਪਹਿਲਾਂ ਫਿਰ ਇਹ ਤੁਸੀਂ ਕਰੋ। ਕਿਉਂਕਿ ਜਦੋਂ ਬੰਦਾ ਅੰਦਰ ਇੱਕ ਮਿਕਤਾ 'ਚ ਆ ਜਾਂਦਾ ਨਾ, ਉਹਨੂੰ ਬਾਹਰੀ ਤੌਰ 'ਤੇ ਐਡੀ ਭੁੱਖ ਭੱਖ ਕਾਹੇ 'ਚ ਨਹੀਂ ਰਹਿੰਦੀ, ਉਹ ਕਿਸੇ ਦਾ ਗੁਲਾਮ ਨਹੀਂ ਹੁੰਦਾ, ਉਹ ਬੁੱਧਣਾ ਹੀ ਨਹੀਂ ਚਾਹੁੰਦਾ। ਇਹ ਤਾਂ ਅੰਦਰੋਂ ਧੱਕੇ ਮਾਰਦੇ ਆ। ਸਤਿਗੁਰੂ ਕਹਿੰਦੇ ਆ ਕਿ ਜੋ ਜਾਣਿਆ ਦੱਸ, ਇਹਦਾ ਫਾਇਦਾ ਹੋਵੇ, ਉਹ ਤਾਂ ਬੋਲਦਾ। ਅਸੀਂ ਜਾਣੀਏ, ਅਸੀਂ ਉਵੇਂ ਆਪਦੇ ਆਪ ਨੂੰ ਲੇਖੇ ਲਾਈਏ, ਗੁਰੂ ਦੀ ਬਾਣੀ ਪੜ੍ਹੀਏ। ਇਹ ਬੇਨਤੀ ਫੇਰ ਦੁਬਾਰੇ ਵਾਰੀ ਵਾਰੀ ਕਹਿਣੇ ਹਰ ਇੱਕ ਹੁਕਮਨਾਮਾ ਸਾਹਿਬ ਦੀ ਵਿਆਖਿਆ ਵੇਲੇ ਕਿ ਵੀਰੋ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਤੁਹਾਡੇ ਕੋਲ ਹੈ, ਐਪਾਂ ਤੁਹਾਡੇ ਫੋਨ 'ਚ ਨੇ, ਬੇਸ਼ੱਕ ਤਾਂ 5 ਮਿੰਟ ਸ਼ੁਰੂ ਕਰ ਲਓ ਵੀ 5 ਮਿੰਟ ਮੈਂ ਸ਼ਬਦ ਪੜ੍ਹਦਾ, ਜਾਂ ਇਹ ਮੰਨ ਲਓ ਵੀ ਇੱਕ ਅੰਗ ਮੈਂ ਪੂਰਾ ਸ਼ਬਦ ਜਿੱਥੇ ਜਾ ਕੇ ਖਤਮ ਹੁੰਦਾ ਰੋਜ਼ ਕਰਿਆ ਕਰੂੰ। ਉਹਦੇ 'ਚ 10 ਮਿੰਟ ਲੱਗ ਸਕਦੇ ਆ, 15, 20, ਅੱਧਾ ਘੰਟਾ ਲੱਗ ਸਕਦਾ। ਇਹ ਵਾਅਦਾ ਰਿਹਾ ਤੁਹਾਡੇ ਨਾਲ ਕਿ ਜਦੋਂ ਹੁਣ ਤੁਸੀਂ ਜਾਗ ਕੇ ਆਹ ਦ੍ਰਿਸ਼ਟੀ ਨਾਲ ਜਿਹੜੇ ਅੱਖਰ ਦੱਸਿਆ ਉਹਨਾਂ ਨੂੰ ਉਵੇਂ ਮੰਨ ਕੇ ਅਨੁਭਵ ਕਰਨਾ ਸ਼ੁਰੂ ਕਰ ਦਿਓਗੇ, ਜ਼ਿੰਦਗੀ ਪਲਟਾ ਖਾ ਜੂਗੀ। ਦਮਦਮਾ ਸਾਹਿਬ ਜੋ ਸਤਿਗੁਰਾਂ ਨੇ ਅਖੰਡ ਪਾਠ ਸਾਹਿਬ ਕਰਾਇਆ, 40 'ਚੋਂ 38 ਲੋਕ ਵਧੇ ਹੋ ਗਏ ਸੀ। ਜਾਣੀ ਦੇਹੀ ਦੇ ਨਾਲੋਂ ਇੱਕ ਮਿਕਤਾ ਇੰਨੀ ਦੂਰ ਹੋ ਗਈ ਸੀ, ਉਹ ਜਦੋਂ ਚਾਹੁਣ ਛੱਡ ਕੇ ਜਾ ਸਕਦੇ ਸੀ। ਇਹ ਗੱਲ ਦਾ ਅਹਿਸਾਸ ਜਿਉਂਦੇ ਜੀ ਹੋ ਗਿਆ ਸੀ ਕਿ ਮੈਂ ਆਹ ਚੋਲਾ ਜਾਂ ਇੱਥੇ ਛੱਡ ਕੇ ਪਾਸੇ ਖੜ੍ਹ ਸਕਦਾ। ਤਾਂ ਹੀ ਗੁਰੂ ਦੇ ਸਿੰਘ ਮਰਨ ਨੂੰ ਤਿਆਰ ਰਹਿੰਦੇ ਸੀ ਹਰ ਵੇਲੇ। ਉਹਨਾਂ ਨੂੰ ਇਹ ਅਨੁਭਵ ਸਮਾਧੀਆਂ 'ਚ ਕਰਾਏ ਹੁੰਦੇ ਆ। ਐਵੇਂ ਨਹੀਂ ਗੁਰੂਆਂ ਨਾਲ ਰਹਿ ਸਕਦਾ ਕੋਈ, ਐਵੇਂ ਨਹੀਂ ਗੁਰੂਆਂ ਕੋਲ ਜਾ ਸਕਦਾ। ਅੱਜ ਵੀ ਸੱਚ ਹੈ, ਇਹਨਾਂ ਸਥਾਨਾਂ 'ਤੇ ਵੀ ਐਂ ਨਹੀਂ ਕੋਈ ਆ ਸਕਦਾ ਕਿ ਉਹੀ ਆ ਜਾਊਗਾ। ਉੱਧਰੋਂ ਕੋਈ ਕਿਰਪਾ ਹੁੰਦੀ ਹੈ, ਕੋਈ ਚੰਗਾ ਭਾਗ ਜਾਗਦਾ, ਫਿਰ ਕਿਤੇ ਦਰਸ਼ਨ ਦਿਦਾਰੇ ਹੁੰਦੇ ਆ, ਫਿਰ ਕਿਤੇ ਬਚਨ ਬਲਾਸ ਹੁੰਦੇ ਆ। ਬਸ ਅਰਦਾਸ ਕਰੋ ਗੁਰੂ ਨਾਨਕ ਸਾਹਿਬ ਅੱਗੇ ਕਿ ਸਾਡਾ ਜੀਵਨ ਬਣੇ ਜਿਵੇਂ ਮਹਾਰਾਜ ਨੇ ਇਹਦੇ 'ਚ ਕਿਹਾ ਕਿ ਚੱਲੋ ਤੁਰੋ, ਉਹ ਚੀਜ਼ ਨੂੰ ਅਸੀਂ ਫਿਰਤ ਭੇਟੇ ਜਨ ਸਾਧੂ। ਅਸੀਂ ਆਏ ਫਿਰਦੇ ਮੌਜ ਮੇਲਾ ਕਰਦੇ, ਆਪਦੀ ਕਿਰਤ ਬਿਰਤ ਕਰਦੇ, ਬੱਚੇ ਪਾਲਦੇ, ਪਰ ਆਪਦੀ ਅੰਦਰੋਂ ਇੱਕ ਅੱਖ ਹੈ ਜਿਹੜੀ ਜਿਵੇਂ CID ਵਾਲਿਆਂ ਦੀ ਹੁੰਦੀ ਹੈ, ਭਾਵੇਂ ਉਹਨਾਂ ਨੂੰ ਭੇਸ ਕੋਈ ਧਾਰਨਾ ਪੈ ਜੇ, ਭਿਖਾਰੀ ਬਣ ਜਾਣ, ਰਾਜੇ ਬਣ ਜਾਣ, ਵਪਾਰੀ ਬਣ ਜਾਣ, ਕੁਛ ਬਣ ਕੇ ਆਉਣ। ਉਹਨਾਂ ਨੂੰ ਜਿਹੜਾ ਮਿਸ਼ਨ ਦਿੱਤਾ ਗਿਆ ਕਿ ਤੁਸੀਂ ਆਹ ਗੱਲ ਕੱਢ ਕੇ ਲਿਆਉਣੀ ਆ ਸੰਸਾਰ 'ਚ, ਉਹਨਾਂ ਦੀ ਅੱਖ ਉਹਦੇ 'ਤੇ ਹੁੰਦੀ ਹੈ। ਸਾਡੇ ਨਾਲ ਲਿਹਾਜ਼ਾਂ ਵੀ ਪਾਉਂਦੇ ਆ, ਰਿਸ਼ਤੇਦਾਰੀਆਂ ਵੀ ਪਾਉਂਦੇ ਆ ਉਹ ਗੱਲ ਨੂੰ ਕੱਢਣ ਖਾਤਰ, ਪਰ ਟਿਕਾਣਾ ਉਸੇ ਗੱਲ 'ਤੇ ਹੁੰਦਾ ਅਤੇ ਮਿਲ ਜਾਂਦੀ ਹੈ। ਜਿਨ ਖੋਜਾ ਤਨ ਪਾਇਆ, ਜਿਹਨੂੰ ਖੋਜੋਗੇ ਮਿਲ ਜੂਗਾ। ਤਾਂ ਹੀ ਸਤਿਗੁਰੂ ਕਹਿੰਦੇ ਆ ਕਿ ਆਪਦੀਆਂ ਜਿਹੜੀਆਂ ਸੈਟਿੰਗਾਂ ਹੈ ਉਹ ਕਰਤੇ ਪੁਰਖ ਨਾਲ ਬਣਾ ਕੇ ਰੱਖੋ। ਜੇ ਤੁਸੀਂ ਕਿਸੇ ਮੂਰਤੀ ਨਾਲ ਬਣਾਉਣੇ ਹੋ, ਕਿਸੇ ਫੋਟੋ ਨਾਲ ਬਣਾਉਣੇ ਹੋ, ਕਿਸੇ ਬੁੱਤ ਨਾਲ ਬਣਾਉਣੇ ਹੋ, ਤੁਸੀਂ ਤਾਂ ਹੈਗੇ ਅਣਜਾਣ। ਸ਼ੁਰੂ 'ਚ ਲੱਗਦਾ ਵੀ ਪਿਆਰਾ, ਉਹ ਫੋਟੋ ਅਤੇ ਬੁੱਤ ਦਿਸਦਾ ਵੀ ਛੇਤੀ ਹੈ, ਪਰ ਜਦੋਂ ਅਗਲੀਆਂ ਉਡਾਰੀਆਂ ਲਾਉਣੀਆਂ ਪੈਂਦੀਆਂ ਨਾ, ਅੰਦਰੋਂ ਅੱਗੇ ਜਾਈਦਾ।
ਇਹ ਸੱਜ ਵਾਂਗੂ ਅੜ ਜਾਂਦੀਆਂ ਚੀਜ਼ਾਂ ਮੂਹਰੇ। ਤੇ ਐਡਾ ਕੋਈ ਕਾਬਲ ਗੁਰੂ ਫਿਰ ਟੱਕਰਦੇ ਨਹੀਂ ਜਿਹੜਾ ਇਹਨੂੰ ਕੱਟ ਦੇ ਕਿ ਤੈਨੂੰ ਫੋਟੋ ਦਿਸਣੋਂ ਹਟੇ ਤੇ ਤੂੰ ਨਿਰ ਆਕਾਰ 'ਚ ਜਾਵੇਂ। ਤੂੰ ਉਹ ਪ੍ਰਕਾਸ਼ ਰੂਪ ਆ ਜਿਹੜਾ ਮਾਲਕ, ਉਹਦੇ 'ਚ ਕਿਵੇਂ ਖੋਜ, ਉਹਦੇ ਸੰਨ 'ਚ ਕੰਚ ਦੀ ਕੰਧ ਵਾਂਗੂ ਬਣ ਕੇ ਖੜ ਜਾਂਦੀਆਂ ਇਹ ਚੀਜ਼ਾਂ। ਮੂਰਤੀ ਪੂਜਾ ਹੋ ਗਈ, ਬੁੱਤ ਦੀ ਪੂਜਾ ਹੋ ਗਈ। ਇਹ ਥੋੜ੍ਹੇ ਟਾਈਮ ਲਈ ਪਹਿਲੀ ਕਲਾਸ ਦੀ ਗੱਲ ਹੁੰਦੀ ਆ ਕਿ ਥੋੜ੍ਹੇ ਦਿਨ ਸਹਾਰਾ ਲੈ ਸਕਦੇ ਹੋ, ਪਰ ਰੋਜ਼ ਇਹਦਾ ਅਧਿਐਨ ਨਾ ਕਰੋ। ਪੂਜਾ ਨਹੀਂ ਕਰਨੀ। ਤਾਂ ਹੀ ਗੁਰੂ ਘਰ ਨੇ, ਗੁਰੂ ਦਸਵੇਂ ਪਾਤਸ਼ਾਹ ਨੇ ਤੁਰੇ ਜਾਂਦੇ ਕਿਸੇ ਦਾ ਸਤਿਕਾਰ ਕਰ ਦੇਣਾ, ਹੱਥ ਜੋੜ ਦੇਣੇ, ਇਹ ਪੂਜਾ ਨਹੀਂ ਹੈ। ਇਹ ਮੇਲ ਮਿਲਾਪ ਆ, ਹਰ ਥਾਂ ਕਰ ਸਕਦੇ ਹਾਂ ਆਪਾਂ, ਹਰ ਇੱਕ ਨੂੰ ਸਤਿਕਾਰ ਪਿਆਰ, ਕਿਉਂਕਿ ਸਭਨਾ ਜੀਆਂ ਦਾ ਦਾਤਾ ਇੱਕ ਆ, ਸਾਰੇ ਉਹਦੇ ਆ। ਇਹ ਜੱਗ ਸੱਚੇ ਦੀ ਕੋਠੜੀ ਉਸੇ ਦੀ ਹੈ। ਸਤਿਕਾਰ ਸਭ ਦਾ, ਪਿਆਰ ਸਭ ਦਾ। ਸਾਡੇ ਨਾਲ ਕੰਮ ਧੰਦੇ ਕਰਨ ਵਾਲੇ ਕੋਈ ਮੁਸਲਿਮ ਧਰਮ 'ਚ ਹੋ ਸਕਦਾ, ਕੋਈ ਹਿੰਦੂ 'ਚ ਹੋ ਸਕਦਾ, ਕੋਈ ਈਸਾਈ ਹੋ ਸਕਦਾ, ਕੋਈ ਸਿੱਖ ਹੋ ਸਕਦਾ, ਜਿਵੇਂ ਫੌਜ 'ਚ ਹੁੰਦਾ ਹੀ ਹੈ। ਅਤੇ ਤਕਰੀਬਨ ਮੈਂ ਤਾਂ ਦੇਖਿਆ ਵੀ ਫੌਜ ਦੇ ਵਿੱਚ ਇਹੀ ਚੱਲਦਾ ਕਿ ਜਿੱਦੇ ਕੋਈ ਗੁਰਪੁਰਬ ਆ ਉਹ ਸਾਰੇ ਗੁਰਪੁਰਬ ਮਨਾਉਂਦੇ ਆ। ਜਿੱਦੇ ਕੋਈ ਰਾਮਨੌਮੀ ਆ ਗਈ ਉਹਦੇ ਉਹ ਰਾਮਨੌਮੀ ਮਨਾਉਂਦੇ ਆ। ਜਿੱਦੇ ਜਨਮ ਅਸ਼ਟਮੀ ਆ ਗਈ ਕ੍ਰਿਸ਼ਨ ਜੀ ਦੀ ਆ ਗਈ ਉਹਦੇ ਉਹ ਮਨਾਉਂਦੇ ਆ। ਜਿੱਦੇ ਈਦ ਹੁੰਦੀ ਆ ਉਹਦੇ ਸਾਰੇ ਜਾਣੇ ਰਲ ਕੇ ਈਦ ਮਨਾਉਂਦੇ ਆ। ਅਤੇ ਜੇ ਕਿਤੇ ਉਹੀ ਜੀਵਨ ਅਸੀਂ ਬਾਹਰ ਅਪਣਾ ਲਈਏ, ਇੱਥੇ ਵੀ ਅਸੀਂ ਉਵੇਂ ਪਿਆਰ ਨਾਲ ਰਹੀਏ, ਉਵੇਂ ਪਿਆਰ ਕਰੀਏ। ਸਾਨੂੰ ਪੂਜਾ ਕਰਨ ਤੋਂ ਰੋਕਿਆ। ਬਹੁਤ ਲੋਕ ਇਸੇ ਗੱਲ 'ਚ ਹੀ ਲੜੀ ਜਾਂਦੇ ਇੱਕ ਦੂਜੇ ਨਾਲ ਕਿ ਤੂੰ ਗਿਆ ਹੀ ਕਿਉਂ ਸੀ, ਜਿਵੇਂ ਕਿਸੇ ਦਾ ਗੁਲਾਮ ਹੁੰਦਾ ਅਗਲਾ। ਕੋਈ ਮੰਦਿਰ 'ਚ ਖੜਾ ਹੋਵੇ, ਕਿਸੇ ਮਸਜਿਦ 'ਚ ਖੜਾ ਹੋਵੇ, ਇਸ ਬਾਣੇ 'ਚ ਕਿੰਨੇ ਲੋਕ ਇਸੇ ਗਲਤੀ ਹੋ ਜਾਂਦੇ ਵੀ ਕਿਉਂ ਗਿਆ, ਵੀ ਰੱਬ ਦੇ ਘਰ ਆ ਯਾਰ। ਜਿੱਥੇ ਚੰਗੀ ਚੀਜ਼ ਕਹੀ ਜਾਂਦੀ ਹੈ ਉੱਥੇ ਔਰੇ ਦੇ ਵਿੱਚ ਰਾਮ ਨਾਮ ਦੀ ਧੁਨ ਹੈ, ਅੱਲਾਹੂ ਦੇ ਆਵਾਜ਼ੇ ਆ ਉੱਥੇ, ਉਹ ਸਾਰੀਆਂ ਉਹਦੀਆਂ ਗੱਲਾਂ। ਇਸ ਕਰਕੇ ਗੁਰੂ ਨਾਨਕ ਦਾ ਘਰ ਸੰਕੀਰਨਤਾ ਨਹੀਂ ਸਿਖਾਉਂਦਾ। ਸਾਡੇ ਰਡਾਰ ਖੋਲ੍ਹਦਾ ਦਿਮਾਗ ਦੇ 10ਵੇਂ ਦੁਆਰ ਦੇ। ਜਿਹਨੂੰ ਉਹ ਆਪਣੀ ਗੱਲ ਹੀ ਹੋਰ ਪਾਸੇ ਚਲੀ ਗਈ ਸੀ। ਹਾਂ, ਮੇਰੇ ਯਾਦ ਆ ਗਈ ਦੁਬਾਰੇ, ਜਦੋਂ ਆਹ ਨੀਚਾ ਉੱਚਾ ਦੀ ਗੱਲ ਕਰਦੇ ਸੀ ਨਾ ਲੋਕ, ਬਾਬੇ ਨੇ ਨਾਅਰਾ ਲਾਤਾ ਸੀ, ਵੱਡੇ ਪੱਧਰ 'ਤੇ ਉਹਦਾ ਪ੍ਰਚਾਰ ਕੀਤਾ ਕਿ ਨੀਚਾ ਅੰਦਰ ਨੀਚ ਜਾਤ, ਨੀਚੀ ਹੂੰ ਅਤ ਨੀਚ। ਕਹਿੰਦੇ ਕੁਛ ਲੋਕ ਨੀਚ ਹੁੰਦੇ ਆ ਤੁਹਾਡੇ ਹਿਸਾਬ ਨਾਲ, ਮੈਂ ਤਾਂ ਨਹੀਂ ਮੰਨਦਾ। ਉਹਨਾਂ 'ਚ ਵੀ ਤੁਸੀਂ ਉਹਨਾਂ ਨੂੰ ਪੁੱਛੋ ਵੀ ਤੁਸੀਂ ਗਾਹਾਂ ਕਿਹਨੂੰ ਦਿੰਦੇ ਹੋ ਦਾਨ ਦਕਸ਼ਨਾ, ਤੁਸੀਂ ਨੀਵੇਂ ਕਿਹਨੂੰ ਮੰਨਦੇ ਹੋ। ਉਹਨਾਂ 'ਚ ਉਹ ਦੱਸਣਗੇ ਜੀ ਫਲਾਨੀ ਜਾਤੀ ਹੁੰਦੀ ਹੈ ਸਾਡੇ ਜੀ। ਫਿਰ ਉਹਨਾਂ ਨਾਲ ਮਿਲ ਕੇ ਦੇਖਿਓ ਵੀ ਤੁਸੀਂ ਜਿੱਦੇ ਕੋਈ ਆਪਦਾ ਕਰਦੇ ਹੋ ਕਿਰਿਆ ਕਰਮ, ਤੁਸੀਂ ਤਾਂ ਦਾਨ ਲੈਂਦੇ ਹੋ, ਤੁਸੀਂ ਜਾਂ ਗਰੀਬ ਹੋ ਤੁਹਾਨੂੰ ਕੁਛ ਮਿਲਦਾ, ਤੁਸੀਂ ਗਾਹਾਂ ਕਿਹਨੂੰ ਦਿੰਦੇ ਹੋ। ਉਹ ਫਿਰ ਦੱਸਣਗੇ ਇੱਕ ਫਲਾਨੀ ਜਾਤੀ ਹੈ ਜੀ, ਉਹ ਆਉਂਦੇ ਆ ਸਾਡੇ, ਫਿਰ ਉਹ ਲੈ ਜਾਂਦੇ ਆ ਚੀਜ਼ਾਂ। ਤੁਸੀਂ ਹੈਰਾਨ ਹੋ ਜਾਓਗੇ, ਇੰਨਾ ਤਾਣਾ ਬਾਣਾ ਹੈ। ਇਹ ਜਾ ਕੇ ਪਤਾ ਲੱਗਦਾ ਸਾਨੂੰ ਤਾਂ ਮਾਤਾ ਨੇ ਭੇਜਿਆ ਸੀ, ਤਾਂ ਦੇਖ ਕੇ ਜਿਉਂ ਕੇ ਆਏ ਆ ਹਰ ਚੀਜ਼ ਦੇ ਵਿੱਚ। ਮਹਾਰਾਜ ਕਹਿੰਦੇ ਨੀਚਾ ਅੰਦਰ ਨੀਚ ਜਾਤ, ਉਹਨਾਂ ਤੋਂ ਵੀ ਨੀਚ ਗਾਹਾਂ, ਨੀਚੀ ਹੂੰ ਅਤ ਨੀਚ। ਜਿਹੜੇ ਉਹ ਸਾਰੇ ਰਲ ਕੇ ਕਿਸੇ ਹੋਰ ਨੀਚ ਨੂੰ ਕਹਿੰਦੇ ਆ ਵੀ ਆਹ ਨੀਚ ਹੈ, ਐਂਡ ਵਾਲਾ ਕੋਈ, ਤਾਂ ਕਿਤੇ ਤਾਂ ਐਂਡ ਹੋਊ ਗਈ। ਇੱਕ ਐਂਡ ਆ ਗਿਆ ਵੀ ਇਦੋਂ ਨੀਚ ਕੋਈ ਨਹੀਂ। ਮਹਾਰਾਜ ਕਹਿੰਦੇ ਨੀਚਾ ਅੰਦਰ ਨੀਚ ਜਾਤ, ਨੀਚੀ ਹੂੰ ਅਤ ਨੀਚ। ਨਾਨਕ ਤਿਨ ਕੈ ਸੰਗ ਸਾਥ, ਵੱਡਿਆਂ ਸਿਓ ਕਿਆ ਰੀਸ। ਹਿੱਕ ਤਾਣ ਕੇ ਨਾਅਰਾ ਲਾਇਆ, ਪ੍ਰਚਾਰ ਕੀਤਾ ਕਿ ਜੇ ਕਿਸੇ ਅਮੀਰ ਨੇ ਨਹੀਂ ਬੁਲਾਉਣਾ ਨਾ ਬੁਲਾਵੇ। ਮਾਲਕ ਭਾਗੋ ਵਰਗਿਆਂ ਦੇ ਅਸੀਂ ਨਹੀਂ ਜਾਂਦੇ। ਟੁੱਟਦਾ ਦਿਲ ਟੁੱਟੇ ਇਹ ਜਾਂਦਾ ਜਿਹੜੇ ਜ਼ੁਲਮ ਕਰਦੇ ਆ। ਅਸੀਂ ਆਪਣੇ ਯਾਰ ਕੋਲੇ ਜਾਵਾਂਗੇ ਜਿਹੜਾ ਹੱਕ ਸੱਚ ਦੀ ਪਕਾਉਂਦਾ ਅਤੇ ਖਾਂਦਾ। ਜਿਨ੍ਹਾਂ ਨੂੰ ਲੋਕ ਨੀਚ ਕਹਿੰਦੇ ਆ, ਨੀਚੀ ਹੂੰ ਅਤ ਨੀਚ, ਅਤ ਨੀਚ, ਇਦੋਂ ਮਾੜਾ ਨਹੀਂ ਕੋਈ ਦੁਨੀਆ 'ਤੇ। ਕੋਈ ਉਹਨੂੰ ਕੁਛ ਬੋਲਦਾ, ਕੋਈ ਕੁਛ ਬੋਲਦਾ। ਬਾਬਾ ਕਹਿੰਦਾ ਬੋਲੀ ਜਾਓ, ਪਰਵਾਹੀ ਕੋਈ ਨਹੀਂ, ਉਹਦੇ ਨਾਲ ਹੈ। ਹਾਰੇ ਦਾ ਸਹਾਰਾ ਗੁਰੂ ਨਾਨਕ ਪਿਆਰਾ। ਜਿਹਨੂੰ ਕੋਈ ਨਹੀਂ ਪੁੱਛਦਾ ਉਹਨੂੰ ਗੁਰੂ ਨਾਨਕ ਦਾ ਘਰ ਪੁੱਛਦਾ। ਅਤੇ ਗੁਰੂ ਨਾਨਕ ਨੇ ਹਿੱਕ ਨਾ ਲਾਏ। ਇਹੋ ਜਿਹੇ ਕੋਹੜੀ ਜਿਨ੍ਹਾਂ ਨੂੰ ਪਿੰਡ ਨੇ ਬਾਹਰ ਕੱਢਤਾ ਸੀ, ਪਿੰਡ ਤੋਂ ਇਕੱਲੇ ਭੁੱਖੇ ਮਰਦੇ ਸੀ, ਉਹਨਾਂ ਦੀ ਸੇਵਾ ਕੀਤੀ, ਆਪਣੀਆਂ ਸ਼ਕਤੀਆਂ ਨਾਲ ਇਲਾਜ ਕੀਤਾ, ਮੱਲਮ ਪੱਟੀ ਕੀਤੀ, ਨਾਮਦਾਨ ਦਿੱਤਾ। ਨਾਮ ਜਪ ਜਪ ਕੇ ਜੋ ਗੁਰੂ ਨਾਨਕ ਦਿੰਦੇ ਸੀ ਬੀਜ ਮੰਤਰ, ਕੰਗਣ ਵਰਗਾ ਹੋ ਕੇ ਆਇਆ। ਉਹਨੂੰ ਫਿਰ ਪੀੜਾ ਸੌਂਪਿਆ, ਜ਼ਿੰਮੇਵਾਰੀ ਸੌਂਪੀ, ਅੱਗੇ ਉਹਨੇ ਪ੍ਰਚਾਰ ਕੀਤਾ। ਗੁਰੂ ਨਾਨਕ ਦੇ ਘਰ ਦੇ ਵਿੱਚ ਇਹ ਗੱਲ ਹੈ ਨਹੀਂ। ਜੇ ਕੋਈ ਇਸ ਗੱਲ 'ਤੇ ਗਲਤ ਕਰਦਾ ਤਾਂ ਉਹ ਗੁਰੂ ਨਾਨਕ ਦੇ ਘਰ 'ਚੋਂ ਊਂ ਆਊਟ ਹੋ ਜਾਂਦਾ। ਅਤੇ ਸਤਿਗੁਰੂ ਅੱਗੇ ਅਰਦਾਸ ਕਰੀਏ, ਆਓ ਆਪਾਂ ਵੀ ਖਜ਼ਾਨੇ ਝੋਲੀਆਂ ਭਰਾਈਏ ਆਪਦੀਆਂ ਕਿ ਬਾਬਾ ਨਾਨਕਾ ਸਾਡੇ 'ਚ ਜਿਹੜੀ ਮਾੜੀ ਮੋਟੀ ਮੈਲ ਰਹਿੰਦੀ ਆ ਨਾ ਹਉਮੈ ਦੀ, ਫਿਰ ਵੀ ਫਲਾਨਾ ਸਿਉਂ ਆ ਯਾਰ, ਫਲਾਨੀ ਕੁਲਚਾ ਮੈਂ, ਠੀਕ ਹੈ, ਬਖਸ਼ਿਸ਼ਾਂ ਹੋਈਆਂ, ਹੁੰਦਾ ਸਾਰਾ ਕੁਛ, ਪਰ ਉਹਦਾ ਕਰਕੇ ਕਿਸੇ ਹੋਰ ਨੂੰ ਨੀਵਾਂ ਮੰਨਣਾ ਇਹ ਇਨਸਾਨੀਅਤ ਨਹੀਂ ਹੈ। ਜਿਹਦੇ ਮਰਜ਼ੀ ਪੈਰਾਂ 'ਚ ਬਹਿਣਾ ਪੈ ਜੇ, ਬਹਿ ਜਾਣਾ ਚਾਹੀਦਾ ਖੁਸ਼ੀ ਨਾਲ। ਇਹ ਵੀ ਸੱਚ ਨਾਲ ਇੱਕ ਹੋਰ ਗੱਲ ਯਾਦ ਆ ਗਈ ਭਗਤਾਂ ਦੀ।
ਜਦੋਂ ਨਾਮਦੇਵ ਨੂੰ ਫੜ ਕੇ ਲੈ ਗਏ ਸੀ, ਨਾਮਦੇਵ ਨੂੰ ਕਹਿੰਦੇ ਵੀ ਅੱਲਾ ਕਹਿ, ਰਾਮ ਦੀ ਥਾਂ ਤੇ, ਹਰੀ ਦੀ ਥਾਂ ਤੇ ਕ੍ਰਿਸ਼ਨ ਨੂੰ ਹਰ ਹਰ ਕਹੀ ਜਾਂਦਾ, ਜਪੀ ਜਾਂਦਾ, ਅੱਲਾ ਕਹਿ, ਨਹੀਂ ਮਾਰਾਂਗੇ ਤੈਨੂੰ। ਉਹ ਕਹਿੰਦਾ ਮੈਂ ਨਹੀਂ ਕਹਿੰਦਾ, ਮਾਰ ਦਿਓ ਬਈ। ਉਹਦੀ ਮਾਂ ਆਈ, ਕਹਿੰਦੀ ਵੀ ਮੈਂ ਕਿੰਨੇ ਵਾਰੀ ਸੁਣਿਆ ਘਰੇ ਨਾਮਦੇਵ, ਤੂੰ ਅੱਲਾ ਅੱਲਾ ਕਰੀ ਜਾਂਦਾ ਹੁੰਦਾ ਘਰੇ, ਅੱਲਾਹੂ, ਕਦੇ ਕੁਛ, ਕਦੇ ਰਾਮ, ਕਦੇ ਹਰ ਹਰ ਕਰਦਾ, ਕਿੰਨੇ ਕੁਛ ਕਹਿਣਾ, ਕਦੇ ਸੋਹਮ ਕਹਿਣਾ, ਤੇ ਤੂੰ ਘਰੇ ਅੱਲਾ ਕਹਿਣਾ, ਤੂੰ ਇੱਥੇ ਵੀ ਕਹਿ ਦੇ। ਉਹ ਕਹਿੰਦਾ ਘਰੇ ਮਰਜ਼ੀ ਨਾਲ ਕਹਿਣੇ ਆ, ਉਸ ਅੱਲਾ ਨੂੰ ਜਾਣਦੇ ਵੀ ਆ, ਉਹਦੇ ਨਾਲ ਮਿਲਾਪ ਵੀ ਹੋਇਆ, ਪਰ ਜੇ ਕੋਈ ਐਂ ਕਹਾਉਣਾ ਚਾਹੇ, ਐਂ ਨਹੀਂ ਕਹਿੰਦੇ ਅਸੀਂ, ਐਂ ਬੰਨੇ ਆ ਕਿਸੇ ਦੇ ਪਿਓ ਦੇ, ਨਹੀਂ ਕਿਹਾ ਬਈ। ਉਹ ਸਾਖੀ ਆ, ਬਹੁਤ ਵੱਡੀ ਅੱਡ ਹੈ, ਜਾਣੀ ਇੱਕ ਪੁਆਇੰਟ ਹੈ ਗੜਸ ਦਾ, ਰੜਕ ਦਾ, ਜਿਹੜਾ ਗੁਰਬਾਣੀ ਦਿੰਦੀ ਹੈ ਤੇ ਗੁਰੂ ਸਾਹਿਬ ਦਿੰਦੇ ਆ। ਉਹ ਪੁਆਇੰਟ ਨੂੰ ਕਦੇ ਅੱਜ ਤੱਕ ਸਿੱਖ ਨੇ ਡਿੱਗਣ ਨਹੀਂ ਦਿੱਤਾ ਹੈ। ਬੇਸ਼ੱਕ ਉਹ ਸਿੱਖ ਉਸ ਪੁਆਇੰਟ ਨੂੰ ਜਾਣਦਾ ਹੈ, ਬੇਸ਼ੱਕ ਅਣਜਾਣ ਹੈ, ਮਰ ਜਾਂਦਾ, ਗੱਲ ਲਹਾ ਜਾਂਦਾ ਹੈ, ਕੁਰਬਾਨੀ ਕਰ ਜਾਂਦਾ ਹੈ, ਪਰ ਇਹ ਵਿਸਿਆ ਨਹੀਂ ਕਦੇ ਸਿੱਖ ਅੱਜ ਤਾਈਂ ਕੋਈ ਵੀ, ਕਿਉਂਕਿ ਗੁਰੂ ਨਾਨਕ ਦੇ ਘਰ ਨੇ ਨਿਉਂ ਹੀ ਇਹੋ ਜਿਹੀ ਰੱਖੀ ਹੈ ਇਨਸਾਨੀਅਤ ਦੀ, ਜਿੱਥੇ ਉਦੋਂ ਥੱਲੇ ਕੋਈ ਜਾ ਹੀ ਨਹੀਂ ਸਕਦਾ। ਲਾਲੋ ਸਾਹਿਬ ਤੋਂ ਦੁਨੀਆ ਦੇ ਵਿੱਚ ਜਿਹਨੂੰ ਕੋਈ ਕਿਸੇ ਗੁਰੂ ਘਰ 'ਚ ਨਹੀਂ ਵੜਨ ਦਿੰਦਾ, ਕੋਈ ਮੰਦਰ ਮਸੀਤ 'ਚ ਨਹੀਂ ਜਾਣ ਦਿੰਦਾ, ਕੋਈ ਪੌਸ਼ ਇਲਾਕੇ ਦੇ ਲੋਕ ਕਲੋਨੀ 'ਚ ਨਹੀਂ ਵੜਨ ਦਿੰਦੇ, ਆ ਜਾਏਗਾ ਗੁਰੂ ਘਰ, ਜੀ ਆਇਆਂ ਨੂੰ, ਜਲ ਮਿਲੂ, ਚਾਹ ਮਿਲੂ, ਪ੍ਰਸ਼ਾਦਾ ਮਿਲੂ, ਕੱਪੜੇ ਹੈ ਨਹੀਂ ਉਹ ਵੀ ਮਿਲਣਗੇ, ਇਲਾਜ ਵੀ ਹੋਊਗਾ, ਜਿਹੜਾ ਮਨ ਭਟਕਦਾ ਫਿਰਦਾ ਉਹਨੂੰ ਨਾਮਦਾਨ ਵੀ ਮਿਲੂਗਾ, ਗੁਰਬਾਣੀ ਦੇ ਸ਼ਬਦ ਵੀ ਮਿਲਣਗੇ, ਕੋਈ ਕਾਪੀਰਾਈਟ ਨਹੀਂ, ਜਵਾਨ ਲੱਗੀ ਆ ਗਾਉਣ ਲੱਗ ਜਾ, ਗਾਹ ਗੁਰੂ ਨਾਨਕ ਦੇ ਰੰਗ। ਪਹਿਲਾਂ ਭੁੱਖਾ ਮਰਦਾ ਫਿਰਦਾ ਸੀ, ਮੱਥਾ ਟੇਕ, ਕਰ ਅਰਦਾਸ, ਜਿਹੜੀ ਮਰਜ਼ੀ ਵੱਟ ਤੇ ਬਹਿ ਜਾ, ਧੰਨ ਗੁਰੂ ਨਾਨਕ ਕਹਿਣ ਲੱਗ ਜਾ, ਰੰਗ ਲੱਗ ਜਾਣਗੇ, ਜਾ ਦੇਖੀ ਦੁਨੀਆ ਕਿਵੇਂ ਆਉਂਦੀ ਆ। ਇਹ ਗੁਰੂ ਨਾਨਕ ਦਾ ਘਰ ਆ। ਇੱਕ ਅੰਗਰੇਜ਼ ਸੀ ਆਇਆ, ਉਹਨੇ ਦੇਖਿਆ ਜ਼ਿੰਦਗੀ 'ਚ ਪਹਿਲੀ ਵਾਰ ਇਹ ਗੱਲ ਦੇਖੀ ਵੀ ਕਿਵੇਂ ਕੋਈ ਯਾਰ ਆਪ ਕਮਾ ਕੇ ਦੂਜੇ ਨੂੰ ਖਾਣ ਨੂੰ ਦੇ ਸਕਦਾ। ਉਹ ਐਂ ਕਰੀ ਜਾਵੇ ਵੀ ਫ੍ਰੀ ਫੂਡ ਹੈ, ਹੱਦ ਹੋ ਗਈ ਯਾਰ, ਇਹਨਾਂ ਲੋਕਾਂ ਦੀ, ਲੱਖਾਂ ਲੋਕ ਐਂ ਖਾਈ ਜਾਂਦੇ ਆ, ਰੋਜ਼ ਹੀ ਐਂ ਹੁੰਦਾ। ਉਹ ਕਹਿੰਦੇ ਵੀ 400 ਸਾਲ ਹੋ ਗਿਆ, 500 ਐਂ ਚੱਲਦਾ। ਬੜਾ ਉਹਨੂੰ ਕਿ ਇਹ ਕੀ ਚੀਜ਼ ਆ, ਕਿਵੇਂ ਹੁੰਦਾ, ਕਿਉਂ ਹੁੰਦਾ ਇਹ, ਐਂ ਕਿਵੇਂ ਕੋਈ ਦੇ ਸਕਦਾ ਕਿਸੇ ਨੂੰ, ਕਿੱਥੋਂ ਆਈ ਜਾਂਦਾ। ਉਹਨੂੰ ਐਡਾ ਜ਼ਿਆਦਾ ਹੋ ਗਿਆ ਤੇ ਦਿਲ 'ਚ ਇੱਕ ਸੰਕਲਪ ਹੋ ਗਿਆ ਕਿ ਜੇ ਗੁਰੂ ਐਂ ਦਿੰਦਾ ਤੇ ਮੈਂ ਨਾ ਲੈ ਕੇ ਦੇਖਾਂ। ਦੇਖੋ ਉਹ ਜਿਹੜੇ ਲੋਕ ਹੈ ਕਿ ਉਹਨਾਂ 'ਚ ਕੁਆਲਿਟੀ ਹੈ ਕਿ ਉਹ ਸ਼ੰਕਾ ਕਰਕੇ ਨਹੀਂ ਗੱਲ ਕਰਦੇ, ਉਹ ਜਾਣਨ ਦਾ ਕਰਕੇ ਗੱਲ ਕਰਦੇ ਆ। ਉਹ ਗਿਆ ਕੈਨੇਡਾ ਦਾ ਸੀ ਸ਼ਾਇਦ ਉਹ, ਜਾਂ ਅਮਰੀਕਾ ਦਾ, ਉਹਦਾ ਇੱਕ ਰਸਾਲੇ 'ਚ ਇਹ ਸਟੋਰੀ ਦੇਖੀ ਸੀ। ਉਹਨੇ ਬਾਹਰ ਲਿਖ ਕੇ ਲਾਤਾ, ਧੰਨ ਗੁਰੂ ਰਾਮਦਾਸ, ਇਹਦਾ ਜਾਪ ਕਰਿਆ ਕਰੇ, ਉੱਚੀ ਉੱਚੀ ਬਾਣੀ ਗਾਇਆ ਕਰੇ, ਪੜ੍ਹਿਆ ਕਰੇ, ਆਏ ਗਏ ਨੂੰ ਲੰਗਰ ਛਕਾਇਆ ਕਰੇ। ਕਦੇ 2 ਬੰਦੇ ਆ ਗਏ, ਕਦੇ 4 ਆ ਗਏ, ਕਰਦੇ ਕਰਦੇ ਵੱਧਦੇ ਗਏ। ਉਹ ਜਦੋਂ ਦਾ ਲੇਖ ਲੱਗਿਆ ਸੀ ਉਸ ਵੇਲੇ 200-250 ਬੰਦਾ ਉਹਦੇ ਕੋਲੇ ਰੋਜ਼ ਆ ਕੇ ਲੰਗਰ ਛਕਦਾ ਸੀ। ਉਹ ਇਹੀ ਗੱਲ ਕਹਿੰਦਾ ਸੀ ਕਿ ਵਾਕਈ ਯਾਰ ਧੰਨ ਗੁਰੂ ਰਾਮਦਾਸ ਹੈ, ਧੰਨ ਆ ਉਹ ਮਾਲਕ ਦੁਨੀਆ ਦਾ, ਮੈਂ ਕਦੇ ਮੁੱਲ ਨਹੀਂ ਰਾਸਨ ਲੈ ਕੇ ਆਇਆ। ਖਾਣ ਵਾਲੇ ਵੀ ਆਈ ਜਾਂਦੇ, ਦੇਣ ਵਾਲੇ ਵੀ ਆਈ ਜਾਂਦੇ, ਆਪੇ ਬੜੀ ਕਲਾ ਵਰਤਦੀ ਹੈ। ਜਾਣੀ ਥੋੜ੍ਹਾ ਮਨ ਨੂੰ ਨਾ ਆਹ ਭਟਕਣਾ ਤੋਂ ਹਟਾ ਕੇ, ਜਿਹੜੀਆਂ ਗੱਲਾਂ ਜਿਹੀਆਂ ਹੁੰਦੀਆਂ ਆਏ ਕਿ ਰੱਬ ਮੂੰਹ 'ਚ ਬੁਰਕੀਆਂ ਪਾ ਦੂ, ਉਹ ਮੂੰਹ 'ਚ ਵੀ ਪਾ ਦਿੰਦਾ, ਸਭ ਕੁਛ ਕਰ ਦਿੰਦਾ। ਛੱਡ ਕੇ ਦੇਖ, ਇਹ ਸਾਰਾ ਕੁਛ ਉਹਦੇ ਭਰੋਸੇ 'ਚ ਆ ਕੇ ਸਰੈਂਡਰ ਕਰਨਾ ਪੈਂਦਾ, ਪ੍ਰੈਕਟੀਕਲ ਕਰਨੇ ਪੈਂਦੇ ਆ। ਜਦੋਂ ਪ੍ਰੈਕਟੀਕਲ ਹੋ ਗਏ ਫਿਰ ਤੁਸੀਂ ਡੋਲਦੇ ਨਹੀਂ। ਜਿਵੇਂ ਇੱਕ ਰੰਗਰੂਟ ਨੂੰ ਦੇਖ ਲਓ, ਫੌਜ ਵਾਲੇ ਕਿਵੇਂ ਰੰਗਰੂਟੀ ਕਰਾਉਂਦੇ ਆ, ਉਹ ਚੀਜ਼ਾਂ ਐਵੇਂ ਨਹੀਂ ਇਹਨੂੰ ਤਪੱਸਿਆ ਕਿਹਾ, ਐਵੇਂ ਨਹੀਂ ਇਹਨੂੰ ਕਿਹਾ ਵੀ ਤਪ ਹੈ। ਇਹੋ ਜਿਹੇ ਹਾਲਾਤ ਬਣਾ ਬਣਾ ਦੇਖਦਾ ਮਹਾਰਾਜ ਕਿ ਤੁਹਾਡੇ ਕੋਲੇ ਤਾਕਤ ਵੀ ਫੁੱਲ ਹੈ, ਘੋੜੇ ਤੇ ਹੱਥ ਆ ਤੁਹਾਡਾ, ਮੂਹਰੋਂ ਤੁਹਾਨੂੰ ਵਿਧੀ ਦੇਤੀ ਕਿ ਨਾਨਕ ਐਸਾ ਜੋਗ ਕਮਾਈ ਹੈ, ਜੀਵ ਤੇ ਅਮਰ ਰਹੀ ਹੈ, ਜਾਂ ਇੰਨੇ ਚਿਰ ਜੀਵ ਤੇ ਅਮਰਨਾ, ਕੁਛ ਵੀ ਹੋਈ ਜਾਵੇ ਕਹਿਣਾ ਕੁਛ ਨਹੀਂ। ਲੰਘ 40 ਦਿਨ ਇਹ ਗੱਲ ਵਿਚਦੀ, ਅਤੇ ਉਹਨਾਂ ਦਿਨਾਂ ਵਿਚਦੀ ਪਤਾ ਨਹੀਂ ਕੁਦਰਤ ਕਿੱਥੋਂ ਚੱਕ ਚੱਕ ਲਿਆਉਂਦੀ ਉਹੋ ਜਿਹੇ ਬੰਦਿਆਂ ਨੂੰ ਜਿਹੜੇ ਜਾਣ ਬੁੱਝ ਕੇ ਗੱਲ ਪੈਂਦੇ ਆ ਕੇ ਘਰੇ ਆ ਕੇ।
ਉਧਰੋਂ ਵਿਧੀ ਚੱਲੀ ਜਾਂਦੀ ਹੁੰਦੀ ਹੈ ਵੀ ਆਪਾਂ ਹੁਣ ਉਹ ਕਰ ਰਹੇ ਹਾਂ, ਵੀ ਜੀਵ ਤੇ ਹੀ ਮਰੇ ਵੇ ਆ, ਬਸ ਆਪਾਂ ਕਰਦੇ ਨਹੀਂ ਕੁਛ। ਇਹ ਭਾਵ ਰੱਖਣਾ ਜਿਵੇਂ ਮਰਿਆ ਵਾ ਹੁੰਦਾ, ਫੇਰ ਕੀ ਕਰ ਦਿੰਦਾ ਇਹਦਾ। ਉਹ ਚੀਜ਼ਾਂ ਦਾਤਾ ਪਰਖ ਦਿੰਦਾ ਤਾਕਤ ਦੇਣ ਤੋਂ ਪਹਿਲਾਂ। ਤੇ ਬਿਲਕੁਲ ਤੂੰ ਇਕੱਲਾ ਘੋੜੇ ਹੀ ਨੱਪਣਾ ਤੇ ਤਬਾਹੀ ਹੋ ਜੂ। ਦੇਖਦਿਆਂ ਤੂੰ ਨੱਪਦਾ ਕਿ ਨਹੀਂ ਨੱਪਣਾ ਹੁੰਦਾ। ਅਜਰ ਨੂੰ ਜਰਨਾ ਹੈ, ਤੇ ਜਿੱਦੇ ਜਰ ਗਿਆ ਉਦੋਂ ਵੱਡਾ ਉਹਦਾ। ਭਾਣੇ 'ਚ ਆਉਣਾ ਸੌਖਾ ਨਹੀਂ। ਜਦੋਂ ਭਾਣੇ 'ਚ ਆ ਜਾਂਦੇ ਹੋ ਨਾ, ਮਲਕੀਅਤ ਹੀ ਦੇ ਦਿੰਦਾ, ਬੜਾ ਕੁਛ ਬਖਸ਼ਦਾ। ਜੇ ਨਾ ਬਖਸ਼ਦਾ ਹੋਵੇ ਨਾ, ਫਿਰ ਇੰਨਾ ਕੁਛ ਕਰਨ ਦੀ ਲੋੜ ਹੀ ਨਹੀਂ ਪੈਂਦੀ। ਫਿਰ ਤਾਂ ਉਹਦਾ ਕੰਮ ਧੰਦਾ ਕਰੋ, ਰੋਟੀ ਪਾਣੀ ਖਾਓ, ਬਸ ਆਨੰਦ 'ਚ ਹੈ। ਫਿਰ ਕੀ ਲੈਣਾ। ਲਾਉਂਦਾ ਸਹਿਬਰਾਂ, ਦੁਨੀਆ ਆਉਂਦੀ ਆ ਦਰਸ਼ਨ ਕਰਨ, ਦੇਖਦੇ ਚਰਨਾਂ 'ਚ ਲਿੜਦੀ ਆ ਉਹਨਾਂ ਲੋਕਾਂ ਦੇ ਜਿਨ੍ਹਾਂ 'ਤੇ ਬਖਸ਼ਿਸ਼ ਹੋ ਜਾਂਦੀ ਹੈ। ਕਰ ਕਿਰਪਾ ਜਿਨ੍ਹਾਂ 'ਤੇ ਕਿਰਪਾ ਉਹਨੇ ਕੀਤੀ ਆ ਨਾ ਮਹਾਰਾਜ ਨੇ। ਜਿਸ ਦੇਹ ਸੁਆਮੀ ਬਿਰਲੇ ਕਾਹੂ ਜਾਣਾ, ਪਰ ਹੁੰਦੇ ਬਿਰਲੇ ਆ, ਕਿਉਂਕਿ ਸਰੈਂਡਰ ਕਰਨਾ ਸੌਖਾ ਨਹੀਂ, ਹਉਮੈ ਨੂੰ ਛੱਡਣਾ ਸੌਖਾ ਨਹੀਂ। ਹਉਮੈ ਹੀ ਹੈ ਇਸ ਦੇ ਵਿੱਚ, ਸੰਸਾਰ 'ਚ, ਜਿਹੜੀ ਸਾਨੂੰ ਜਿਉਂਦੇ ਰੱਖਦੀ ਹੈ, ਮਾਣ ਤਾਣ ਦਬਾਉਂਦੀ ਆ, ਇੱਧਰ ਉੱਧਰ ਦਬਲਦੀ ਫਿਰਦੀ ਹੈ। ਜਦੋਂ ਇਹਨੂੰ ਛੱਡਦੇ ਆ, ਇੱਕ ਵਾਰੀ ਜਮਾਂ ਇਕੱਲੇ ਰਹਿ ਜਾਈਦਾ। ਉਹ ਇਕੱਲਾਪਣ ਵੀ ਬਿਰਹਾ ਦਾ ਰੂਪ ਆ। ਆਈ ਨਹੀਂ ਪਤਾ ਲੱਗਦਾ ਕਿਹਦੇ ਬਿਨਾਂ ਰੋਣ ਨਿਕਲੀ ਜਾਂਦਾ। ਬੜਾ ਕੁਛ ਆ। ਮਹਾਰਾਜ ਕਿਰਪਾ ਕਰਨ। ਇਹ ਅਨੁਭਵੀ ਸਿਸਟਮ ਆ ਸਾਰਾ। ਤੁਸੀਂ ਵੀ ਕਰੋ, ਅਸੀਂ ਵੀ ਕਰੀਏ। ਤੇ ਮਹਾਰਾਜ ਅੱਗੇ ਅਰਦਾਸ ਕਰਦੇ ਹਾਂ, ਨਾਨਕ ਨਾਮ ਨਿਰੰਜਨ ਗਾਈਐ, ਪਾਈਐ ਸਰਬ ਨਿਧਾਨਾ, ਕਰ ਕਿਰਪਾ ਜਿਸ ਦੇਹ ਸੁਆਮੀ, ਬਿਰਲੇ ਕਾਹੂ ਜਾਨਾ। ਵਾਹਿਗੁਰੂ। ਧੰਨ ਪਿਆਰਿਆ, ਧੰਨ ਮਹਾਂਦੇਸਾਂ, ਧੰਨ ਦਸ਼ਮੇਸ਼ ਪਿਤਾ। ਰਹਿਮਤ ਕਰਿਓ ਸਾਰਿਆਂ 'ਤੇ, ਚੜ੍ਹਦੀ ਕਲਾ ਬਖਸ਼ਿਓ। ਧੰਨ ਮਾਂ ਸੁੰਦਰ ਕੌਰ, ਧੰਨ ਮਾਂ ਸਾਹਿਬ ਕੌਰ, ਧੰਨ ਬੀਬੀ ਧੀ ਬਾਬਾ ਸੰਗੂ ਸਿੰਘ ਜੀ। ਮਹਾਰਾਜ ਕਿਰਪਾ 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 ਕਰੋ, ਕਿਰਪਾ ਕਰੋ ਦੀਨ ਕੇ ਦਾਤੇ, ਮੇਰਾ ਗੁਣ ਔਗੁਣ ਨਾ ਵਿਚਾਰੋ ਕੋਈ। ਮਾਟੀ ਕਾ ਕਿਆ ਤੋਪਾ ਸੁਆਮੀ, ਮਾਨਸ ਕੀ ਗਾਤੇ ਹੀ। ਕਰੋ ਕਿਰਪਾ ਦਾਤਾ ਜੀ, ਕਰੋ ਕਿਰਪਾ। ਸਤਿਗੁਰੂ ਸਤਿਗੁਰੂ ਸਤਿਗੁਰੂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।